ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਮਾਤਾ ਸਾਹਿਬ ਕੌਰ ਨਰਸਿੰਗ ਇੰਸਟੀਚਿਊਟ ਜੋ ਕਿ ਹੁਨਸਰ ਰੋਡ ਨੇੜੇ ਸਰਕਾਰੀ ਹਸਪਤਾਲ ਗਿੱਦੜਵਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਹੈ। ਇਹ ਇੰਸਟੀਚਿਊਟ PNRC ਮੋਹਾਲੀ ਅਤੇ INC ਦਿੱਲੀ ਤੋਂ ਮਾਨਤਾ ਪ੍ਰਾਪਤ ਹੈ। ਇਸ ਇੰਸਟੀਚਿਊਟ ਵਿੱਚ SC ਵਿਦਿਆਰਥੀਆਂ ਲਈ ਵਿਸ਼ੇਸ਼ ਸਕਾਲਰਸ਼ਿਪ ਸਕੀਮ ਮੌਜੂਦ ਹੈ। ਇਸ ਦੇ ਨਾਲ ਮਾਡਰਨ ਇਮਾਰਤ, ਆਧੁਨਿਕ ਲੈਬ ਅਤੇ ਮਲਟੀਪਰਪਸ ਹਾਲ, 2 ਹੋਸਟਲ ਅਤੇ 24 ਘੰਟੇ ਬਿਜਲੀ ਦੀ ਫੈਸਿਲਿਟੀ ਮੌਜੂਦ ਹੈ। ਇੰਸਟੀਚਿਊਟ ਵਿਖੇ ਅੱਜ ਦੇ ਟਾਈਮ ਦੀ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਜੇਕਰ ਤੁਸੀਂ ਵੀ ਆਪਣਾ ਸੁਨਹਿਰੀ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਮਾਤਾ ਸਾਹਿਬ ਕੌਰ ਨਰਸਿੰਗ ਇੰਸਟੀਚਿਊਟ ਗਿੱਦੜਵਾ ਜ਼ਰੂਰ ਪਹੁੰਚੋ। ਇੱਥੋਂ ਦਾ ਸਟਾਫ ਬਹੁਤ ਹੀ ਮਿਹਨਤੀ ਅਤੇ ਤਜਰਬੇਕਾਰ ਹੈ। ਇੱਥੋਂ ਦੇ ਪ੍ਰਿੰਸੀਪਲ ਮੈਮ ਬਹੁਤ ਹੀ ਅੰਥਕ ਮਿਹਨਤੀ ਇਨਸਾਨ ਨੇ ਅਤੇ ਹਮੇਸ਼ਾ ਹੀ ਸਟਾਫ ਅਤੇ ਬੱਚਿਆਂ ਨੂੰ ਗਾਈਡ ਕਰਨ ਲਈ ਤਿਆਰ ਰਹਿੰਦੇ ਨੇ। ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਮਾਤਾ ਸਾਹਿਬ ਕੌਰ ਨਰਸਿੰਗ ਇੰਸਟੀਚਿਊਟ ਗਿੱਦੜਵਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ। ਵੈਲਕਮ ਟੂ ਮਾਤਾ ਸਾਹਿਬ ਕੌਰ ਨਰਸਿੰਗ ਇੰਸਟੀਚਿਊਟ, ਜਿਹੜਾ ਕਿ ਵਿੱਦਿਆ ਦਾ ਦਾਨ 1989 ਤੋਂ ਦੇ ਰਹੇ ਨੇ। ਔਰ ਇੱਥੋਂ ਦੇ ਮਾਨਯੋਗ ਪ੍ਰਿੰਸੀਪਲ ਮੈਡਮ ਔਰ ਡਾਇਰੈਕਟਰਸ ਜਿਹੜੇ ਸਰ ਨੇ, ਜਿਨ੍ਹਾਂ ਨੇ ਰਾਤ ਦਿਨ ਦੀ ਪ੍ਰਵਾਹ ਕੀਤੇ ਬਿਨਾਂ ਸੇਵਾਵਾਂ ਕੀਤੀਆਂ, ਉਹ ਸਾਡੇ ਨਾਲ ਨੇ। ਮੈਡਮ, ਤੁਹਾਡਾ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ। ਔਰ ਅਸੀਂ ਚਾਹਾਂਗੇ ਕਿ ਮੈਡਮ ਸਾਨੂੰ ਸਾਰਾ ਕਾਲਜ ਜਿਹੜਾ ਹੈਗਾ ਉਹ ਗੋ ਥਰੂ ਕਰਾਉਣ, ਕਿੱਦਾਂ ਇਹਨਾਂ ਨੇ ਕਾਲਜ ਦੇ ਵਿੱਚ ਇਨਫਰਾਸਟਰਕਚਰ ਨੂੰ ਡਿਵੈਲਪ ਕੀਤਾ, ਕਿੱਦਾਂ GNM ਦੇ ਜਿਹੜੇ ਬੱਚੇ ਹੈਗੇ ਆ ਅੱਜ ਹਸਪੀਟਲ 'ਚ ਜਾ ਕੇ ਸੇਵਾ ਕਰ ਰਹੇ ਨੇ, ਔਰ ਕਿੱਦਾਂ ਕਰੋਨਾ ਦੀ ਵੱਡੀ ਜੰਗ ਦੇ ਵਿੱਚ ਇਸ ਕਾਲਜ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਮੈਡਮ, ਸਵਾਗਤ ਆ। ਮੈਂ ਹੈਂਡ ਓਵਰ ਕਰਦਾ ਮੈਡਮ। थैंक यू सो मच सर। मेरा नाम किरणदीप कौर है, मैं इतों की प्रिंसीपल हाँ। साढ़े मैनेजमेंट सर बलविंदर सर ये GNM का कोर्स है इस कॉलेज के माता साहिब कौर नर्सिंग इंस्टीट्यूट ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਅੱਜ ਫੇਜ਼ ਆਪਾਂ ਹੁਣ ਦੇਖ ਰਹੇ ਹਾਂ ਇੱਥੋਂ ਗਾਰਡਨ ਤਾਂ ਸ਼ੁਰੂ ਹੋ ਰਿਹਾ, ਇਹਦੇ ਵਿੱਚ ਪਾਰਕ ਬਣੇ ਹੋਏ ਆ, ਪੇੜ ਪੌਦੇ ਲਾਏ ਹੋਏ ਆ ਤਾਂ ਕਿ ਆਕਸੀਜਨ ਸਾਰਿਆਂ ਨੂੰ ਵਧੀਆ ਮਿਲ ਸਕੇ, ਬੱਚਿਆਂ ਨੂੰ ਵਧੀਆ ਇਨਵਾਇਰਨਮੈਂਟ ਮਿਲ ਸਕੇ। ਸਰ ਇਹ ਕੁਝ ਬੱਚੇ ਸਾਡੇ ਅੱਧੇ ਬੱਚਿਆਂ ਨੇ ਫੋਟੋ ਲਾਈਆਂ, ਅਬਰੋਡ ਗਏ ਹੋਏ ਆ। ਘੱਟੋ ਘੱਟ ਇਸ ਕਾਲਜ 'ਚ ਪੜ੍ਹ ਕੇ 300-400 ਬੱਚਾ ਅਬਰੋਡ ਜਾ ਚੁੱਕਿਆ ਹੈਗਾ। ਇੰਨੀ ਦੇ ਸਿਰ ਅਸੀਂ ਸ਼ੋਅ ਨਹੀਂ ਕਰ ਸਕਦੇ ਹੈਗੇ। ਅਤੇ ਆਹ ਕੁਝ ਬੱਚਿਆਂ ਦੀ ਫੋਟੋ ਤੁਸੀਂ ਵੇਖ ਸਕਦੇ ਹੈਗੇ ਜਿਹੜੇ ਅਬਰੋਡ ਗਏ ਆ ਅਤੇ ਹੁਣ ਅਤੇ ਹੁਣੀ ਕੰਟੀਨਿਊਸ਼ਨ 'ਚ ਪ੍ਰੋਸੈਸ ਲੱਗੇ ਹੋਏ ਜਾ ਰਹੇ ਆ। ਉਸ ਦੀ ਬੜੀ ਸਟਰੋਂਗ ਹੈਗੀ ਆ। ਔਰ ਕਿਸੇ ਵੀ ਹਸਪੀਟਲ ਬੰਦਾ ਜਾਂਦਾ, ਚਾਹੇ ਉਹ PGI ਜਾਂਦਾ, ਚਾਹੇ ਉਹ ਵੱਡੇ ਹਸਪੀਟਲ ਜਾਂਦਾ, ਤਾਂ ਤਕਰੀਬਨ ਇਹ ਮਾਤਾ ਸਾਹਿਬ ਕੌਰ ਦਾ ਜਿਹੜਾ ਸਟਾਫ ਨੂੰ ਮਿਲ ਹੀ ਜਾਂਦਾ। ਸਰ ਹਾਂਜੀ, ਇੱਥੋਂ ਬੱਚੇ ਮਤਲਬ ਵਧੀਆ ਇਹਨਾਂ ਨੂੰ ਮਿਲਦਾ ਹੈਗਾ, ਅਪਰੋਚ ਦਿੰਦੇ ਹੈਗੇ ਆ ਵੀ ਮੈਨੇਜਮੈਂਟ ਦੀ ਕਾਫੀ ਸਪੋਰਟ ਹੁੰਦੀ ਹੈਗੀ ਆ। ਮੱਲਣ ਆਂਟੀ ਜੀ ਹੈਗੇ ਜਿਹੜੇ ਸਾਨੂੰ ਮਤਲਬ ਸਿੱਖਿਆ ਦਿੰਦੇ ਹੈਗੇ ਅੱਗੇ ਵੀ ਹਾਂ ਵਧੀਆ ਅੱਗੇ ਨਰਸਿੰਗ ਕਰਨੀ ਚਾਹੀਦੀ ਹੈਗੀ। ਇਹਦੇ 'ਚ ਸਕੋਪ ਬਹੁਤ ਜ਼ਿਆਦਾ ਹੈਗਾ, ਅਬਰੋਡ ਦਾ ਵੀ ਹੈਗਾ, ਇੱਥੇ ਜੋਬ ਵੀ ਲੈਂਦੇ ਹੈਗੇ ਆ ਅਤੇ ਬੱਚੇ ਟ੍ਰੇਨਿੰਗ 'ਤੇ ਵੀ ਭੇਜਦੇ ਹੈਗੇ ਆ। ਸਰ ਆ ਸਾਡੇ ਮਾਤਾ ਸਾਹਿਬ ਕੌਰ ਨਰਸਿੰਗ ਬੋਰਡ ਦਾ ਸਟਾਫਿੰਗ ਪੈਟਰਨ ਦਿੱਤਾ ਹੋਇਆ ਹੈਗਾ। ਇਹਦੇ ਵਿੱਚ ਅਪਰੈਂਟਿਸ ਪੜ੍ਹਨੀ ਹੈਗੀ ਹੈ, ਨॉन ਟੀਚਿੰਗ ਸਟਾਫ ਦਿੱਤਾ ਹੋਇਆ ਗਾ। ਤੁਸੀਂ ਇਸ ਦਾ ਵੇਖ ਸਕਦੇ ਹੋ। ਇਹਦੇ ਬੱਚਿਆਂ ਨੂੰ ਵਧੀਆ ਠੰਡੇ ਪਾਣੀ ਦੀ ਫੈਸਿਲਿਟੀ ਦਿੱਤੀ ਹੋਈ ਆ, RO ਲੱਗੇ ਹੋਏ ਆ। ਹੋਸਟਲ ਦੇ ਵਿੱਚ ਵੀ ਥਾਂ ਤੇ RO ਲੱਗੇ ਹੋਏ ਹੈਗੇ ਆ ਤਾਂ ਕਿ ਬੱਚਿਆਂ ਨੂੰ ਸਵੱਛ ਪਾਣੀ ਮਿਲ ਸਕੇ ਅਤੇ ਬੱਚਿਆਂ ਉਹਦੇ ਸਿਹਤ ਦਾ ਧਿਆਨ ਰੱਖਿਆ ਜਾਂਦਾ। ਦਰਸ਼ਕੋ, ਪੰਜਾਬ ਪਲਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਵਿੱਦਿਆ ਦੀ ਦਾਨੀ ਉਸ ਇੰਸਟੀਚਿਊਟ ਦੇ ਜਿਹੜੇ ਪਿਛਲੇ ਤਕਰੀਬਨ 20 ਸਾਲ ਦੇ ਅਰਸੇ ਤੋਂ ਸੇਵਾਵਾਂ ਦੇ ਰਹੀ ਆਪਣੀ ਨਰਸਿੰਗ ਦੇ ਵਿੱਚ। ਸਾਡੀ ਮੁਰਾਦ ਹੈ ਮਾਤਾ ਸਾਹਿਬ ਕੌਰ ਨਰਸਿੰਗ ਇੰਸਟੀਚਿਊਟ ਗਿੱਦੜਵਾਹਾ, ਉਹ ਇੰਸਟੀਟਿਊਸ਼ਨ ਜਿਹਨੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ, ਚਾਹੇ ਉਹ ਦੇਸ਼ 'ਚ ਆ ਚਾਹੇ ਉਹ ਵਿਦੇਸ਼ ਦੇ ਵਿੱਚ ਆ, ਸੇਵਾਵਾਂ ਦੇ ਰਹੇ ਨੇ। ਔਰ ਇੱਕ ਵੈਲਿਊ ਬੇਸਡ ਸੇਵਾਵਾਂ ਜਿਹਦੇ ਵਿੱਚ ਪਵਿੱਤਰਤਾ ਦੀਆਂ ਵਾਈਬ੍ਰੇਸ਼ਨਾਂ ਅਟੈਚ ਰਹਿੰਦੀਆਂ ਨੇ। ਔਰ ਗੱਲ ਕਰ ਰਹੇ ਹਾਂ ਇੱਥੋਂ ਦੇ ਬੈਕਬੋਨ ਬਲਵਿੰਦਰ ਜੀ ਦੇ ਨਾਲ, ਜਿਨ੍ਹਾਂ ਨੇ ਆਪਣੀ ਤਕਰੀਬਨ ਸਾਰੀ ਜ਼ਿੰਦਗੀ ਕੱਢਤੀ ਹੈਗੀ ਹੈ ਇਸ ਇੰਸਟੀਟਿਊਸ਼ਨ ਦੇ ਸੇਵਾ ਕਰਨ ਦੇ ਵਿੱਚ। ਕਰੋਨਾ ਦੇ ਐਪੀਡੈਮਿਕਾਂ ਦੇ ਵਿੱਚ ਜਿੱਦਾਂ ਇਸ ਇੰਸਟੀਟਿਊਸ਼ਨ ਨੇ ਬਹੁਤ ਵੱਡੇ ਰੋਲ ਅਦਾ ਕੀਤੇ, ਬਿਲਕੁਲ ਕਰੋਨਾ ਦੀ ਪ੍ਰਵਾਹ ਕੀਤੇ ਬਿਨਾਂ ਸੇਵਾਵਾਂ ਜਿਹੜੀਆਂ ਦਿੱਤੀਆਂ। ਸਰ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਪਹਿਲਾਂ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਇੱਥੇ ਇੰਸਟੀਚਿਊਟ ਵਿੱਚ ਆਉਣ ਤੋਂ। ਅਤੇ ਸਰ ਇਹ ਇੰਸਟੀਚਿਊਟ ਸਾਡਾ 99 ਤੋਂ ਅਸੀਂ ਸ਼ੁਰੂ ਕੀਤਾ ਜੀ। ਉਦੋਂ ਤੋਂ ਅਸੀਂ ਪਹਿਲਾਂ ਗਰਲਜ਼ ਦਾ ਹੀ ਸ਼ੁਰੂ ਕੀਤਾ ਜੀ। ਇਹ ਬੈਕਵਰਡ ਏਰੀਆ ਹੋਣ ਕਾਰਨ ਪਹਿਲਾ ਇੰਸਟੀਚਿਊਟ ਹੈ ਸਾਡੇ ਇਹਦੇ ਵਿੱਚ ਜ਼ਿਲ੍ਹਾ ਮੁਕਤਸਰ ਦਾ। ਉਸ ਤੋਂ ਉਦੋਂ ਤੋਂ ਹੀ ਅਸੀਂ ਕਰ ਰਹੇ। ਬੜੇ ਦੂਰ ਦੂਰ ਤੋਂ ਸਟੂਡੈਂਟ ਸਾਡੇ ਕੋਲੋਂ ਕਰਕੇ ਗਏ। ਕੋਈ ਵੀ ਇਹੋ ਜਿਹਾ ਕੰਟਰੀ ਨਹੀਂ ਹੈ ਜਿੱਥੇ ਮਤਲਬ ਸਾਡੇ ਸਟੂਡੈਂਟ ਉੱਥੇ ਕੰਮ ਨਾ ਕਰਦੇ। ਬਲਵਿੰਦਰ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਕੇਵਲ ਇਨਫਸਾਈਜ਼ ਜਿਹੜਾ ਥਿਓਰੈਟੀਕਲ ਤੇ ਨਹੀਂ ਕਰਦੇ, ਪ੍ਰੈਕਟੀਕਲ ਤੇ, ਚਾਹੇ ਵੱਡੇ ਵੱਡੇ ਹਸਪੀਟਲ 'ਚ ਲੈ ਕੇ ਜਾਣਾ, ਗਿੱਦੜਬਾਹਾ ਦੇ ਸਿਵਲ ਹਸਪੀਟਲ ਜਿੱਦਾਂ ਅੱਜ ਵੀ ਬੱਚੇ ਤੁਹਾਡੇ ਸੇਵਾ ਕਰਦੇ ਅਸੀਂ ਦੇਖ ਰਹੇ ਸੀ, ਔਰ ਉਹਦੇ ਨਾਲ ਮੈਡੀਕਲ ਕਾਲਜ ਜਿਹੜੇ ਹੈਗੇ ਆ ਪਟਿਆਲਾ, ਉੱਥੇ ਲੈ ਕੇ ਜਾਣੇ ਬੱਚੇ, ਉਹਦੇ ਨਾਲ ਮੈਂਟਲ ਹਸਪੀਟਲ ਦੇ ਵਿੱਚ ਲੈ ਕੇ ਜਾਣੇ, ਉਹਦੇ ਨਾਲ ਸਮਾਜ ਸੇਵੀ ਸੰਸਥਾਵਾਂ ਦੇ ਤੌਰ ਦੇ ਉੱਤੇ ਕੰਮ ਕਰਨਾ, ਕੀ ਕਹਿਣਾ ਚਾਹੋ? ਅਸੀਂ ਸਾਰੀਆਂ ਜਿੰਨੀਆਂ ਵੀ NGO ਗਿੱਦੜਵਾ ਦੇ ਵਿੱਚ ਜੀ, ਜੋ ਵੀ ਕੋਈ ਕੈਂਪ ਲਾਉਂਦਾ ਉਹਦੇ ਵਿੱਚ 100% ਸਾਡੇ ਸਟੂਡੈਂਟ ਹੁੰਦੇ ਆ। ਕਰੋਨਾ ਟਾਈਮ ਦੇ ਵਿੱਚ ਇਕੱਲੇ ਸਾਡੇ ਇੰਸਟੀਚਿਊਟ ਨੇ ਸਾਰੇ ਗਿੱਦੜਵਾ ਨੂੰ ਕਵਰ ਕੀਤਾ। ਹੁਣ ਵੀ ਪਿੱਛੇ ਜੇ 2 ਕੈਂਪ ਲੱਗੇ ਜੀ, 2 ਕੈਂਪਾਂ ਨੇ ਉਹਨਾਂ ਨੂੰ ਸਾਨੂੰ ਪ੍ਰਾਈਜ਼ ਵੀ ਦਿੱਤੇ ਆ। ਅਤੇ ਅਸੀਂ ਮਤਲਬ ਗਿੱਦੜਵਾ ਦਾ ਨੰਬਰ 1 ਦਾ ਪ੍ਰਾਈਜ਼ ਸਾਨੂੰ ਇਹਦਾ ਕੋਵਿਡ ਕਰਕੇ
ਤੇ ਸਾਡੇ ਸਟੂਡੈਂਟਾਂ ਨੇ ਸਾਰੇ ਗਿੱਦੜਵਾ ਕਵਰ ਕੀਤਾ। ਸਰ ਆਮ ਤੌਰ ਤੇ ਆਪਾਂ ਦੇਖ ਸਕਦੇ ਹਾਂ ਕਿ ਜਿੰਨੇ ਵੀ ਨਰਸਿੰਗ ਕਾਲਜ ਹੈਗੇ ਆ ਉਹ ਪ੍ਰਿੰਸੀਪਲ ਜਿਹੜੇ ਉਹ 2 ਘੰਟੇ ਲਈ 3 ਘੰਟੇ ਲਈ ਬੁਲਾ ਲਏ ਜਾਂ 1 ਦਿਨ ਲਈ ਬੁਲਾ ਲਏ, ਪਰ ਇਹ ਇੰਸਟੀਟਿਊਸ਼ਨ ਇੱਕ ਉਹ ਐਸੀ ਇੰਸਟੀਟਿਊਸ਼ਨ ਹੈ ਜਿਹਨੇ ਸੇਵਾ ਕੀਤੀ, ਜਿਹਦਾ ਮਾਈਂਡ ਹੀ ਸੇਵਾ ਦਾ ਸੀਗਾ। ਔਰ ਬਲਵਿੰਦਰ ਜੀ ਤੁਸੀਂ ਰਾਤ ਦਿਨ ਦੀ ਪ੍ਰਵਾਹ ਕੀਤੇ ਬਿਨਾ ਜਿੱਦਾਂ ਡਾਇਰੈਕਟਰਸ ਨੇ ਤੁਹਾਨੂੰ ਗਾਈਡ ਕੀਤਾ ਕਿ ਭਾਈ ਆਪਾਂ ਵਿੱਦਿਆ ਦਾ ਦਾਨ ਦੇਣਾ, ਸਾਨੂੰ ਕੋਈ ਪੈਸੇ ਦੀ ਲੋੜ ਨਹੀਂ, ਕਮਰਸ਼ੀਅਲ ਨਹੀਂ ਹੈ ਬਲਕਿ ਸੇਵਾ ਦਾ ਕੇਂਦਰ ਹੈ। ਨਹੀਂ ਸਰ, ਅਸੀਂ ਤਾਂ ਬਹੁਤ ਦੂਰੋਂ ਸਟਾਫ ਸਾਡੇ ਕੋਲੇ ਤਾਂ ਮਨੀਪੁਰ ਤੋਂ, ਕੇਰਲਾ ਤੋਂ ਅਸੀਂ ਉਹ ਵੀ ਸਟਾਫ ਰੱਖਦੇ ਰਹੇ ਸੀ। ਹੁਣ ਅੰਦਰ ਮੀਨ ਟਾਈਮ ਹੈ ਵੀ ਪਿੱਛੇ ਕੋਵਿਡ ਕਰਕੇ ਕੋਈ ਜਿਹੜੇ ਹੈਗੇ ਸਾਡੇ ਟੀਚਰ ਉੱਥੇ ਚਲੇ ਗਏ ਆ, ਉਹ ਵਾਪਸ ਅਜੇ ਤੱਕ ਨਹੀਂ ਆਏ। ਤੇ ਅਸੀਂ ਤਾਂ ਬੜੀ ਦੂਰੋਂ ਚੰਗਾ ਸਟਾਫ ਲਿਆ ਕੇ ਜੀ ਇੱਥੇ ਰੱਖਦੇ ਹਮੇਸ਼ਾ। ਜਿੰਨੀ ਵੀ ਗਿਣਤੀ ਸਾਨੂੰ ਮਤਲਬ PNRC ਕਹਿੰਦੀ ਆ ਸਾਡੀ ਉਨੀ ਗਿਣਤੀ ਹੁੰਦੀ ਹੈ ਟੀਚਰ। ਸਰ ਅਗਰ ਆਪਾਂ ਇਨਫਰਾਸਟ੍ਰਕਚਰ ਦੀ ਗੱਲ ਕਰ ਲਈਏ ਤਾਂ ਗ੍ਰੀਨਰੀ ਦੇ ਨਾਲ ਲੈਸ ਇਹ ਇੰਸਟੀਚਿਊਟ ਜਿਹਦੇ 'ਚ ਫੁੱਲੀ ਜਿਹੜਾ ਹੈਗਾ ਏਰੀ ਹੈਗਾ ਔਰ ਇਹਦੇ ਵਿੱਚ ਨਾਲ ਲੈਬੋਰਟਰੀਆਂ ਫੁੱਲ ਆਫ ਸਮਾਨ ਹੈਗੀਆਂ, ਉਹਦੇ ਨਾਲ ਬੱਚਿਆਂ ਦੀ ਰਿਕ੍ਰੀਏਸ਼ਨ ਦੇ ਲਈ, ਬੱਚਿਆਂ ਦੇ ਮਾਈਂਡ ਸੈਟਅਪ ਲਈ ਕੇਵਲ ਵਿੱਦਿਆ ਦਾ ਦਾਨ ਹੀ ਨਹੀਂ, ਕਲਚਰਲ ਐਕਟੀਵਿਟੀਜ਼, ਗੇਮਸ, ਉਹਨਾਂ ਨੂੰ ਹਰੇਕ ਤਰ੍ਹਾਂ ਦਾ ਮਤਲਬ ਇੱਕ ਨੈਟਵਰਕ ਦਿੱਤਾ ਜਾਂਦਾ। ਉਹਨਾਂ ਨੂੰ ਨਰਸਾਂ ਦੇ ਨਾਲ ਇੱਕ ਵਧੀਆ ਇਨਸਾਨ, ਇੱਕ ਤੇਜ਼ ਤਰਾਰ ਜਿਹੜਾ ਇਨਸਾਨ ਬਣਾ ਕੇ ਕਿ ਤੁਸੀਂ ਸਮਾਜ ਅਬਲਾ ਨਹੀਂ ਗਏ ਬਲਕਿ ਫੇਸ ਕਰਨਾ ਤੁਸੀਂ ਸਮਾਜ ਨੂੰ, ਤੁਸੀਂ ਬਹੁਤ ਉੱਚੀਆਂ ਬੱਚੀਆਂ ਬਣ ਕੇ ਜਾਣਾ। ਅਸੀਂ ਇਸੇ ਕਰਕੇ ਕਰਦੇ ਹਾਂ ਜੀ। ਅਸੀਂ ਹੁਣੇ ਪਿੱਛੇ ਜੇ ਨਰਸਿੰਗ ਡੇ ਬਣਾ ਕੇ ਹਟੇ ਹਾਂ ਜੀ। ਅਸੀਂ ਸਾਲ ਦੇ ਵਿੱਚ 3-4 ਫੰਕਸ਼ਨ ਕਰਦੇ ਹਾਂ ਜੀ। ਹਰੇਕ ਕੋਈ ਵੀ ਜਿਹੜਾ ਹੈਗਾ ਹੈਲਥ ਨਾਲ ਸੰਬੰਧਿਤ ਹੈ ਉਹ ਅਸੀਂ ਮਨਾਉਂਦੇ ਹਾਂ ਜੀ ਇੱਥੇ, ਤੇ ਬੱਚਿਆਂ ਨੂੰ ਉਹਦੇ ਬਾਰੇ ਡਿਟੇਲ ਦੇ ਵਿੱਚ ਦੱਸਦੇ ਹਾਂ। ਸਰ ਨਰਸਿੰਗ ਦਾ ਪ੍ਰੋਫੈਸ਼ਨ ਜਿਹੜਾ ਇੱਕ ਸੇਵਾ ਦਾ ਪ੍ਰੋਫੈਸ਼ਨ ਹੈ ਜਿਹਦੇ 'ਚ ਤੁਸੀਂ ਬੱਚਿਆਂ ਨੂੰ, ਆਪਣੇ ਟੀਚਰਸ ਨੂੰ ਪਹਿਲਾਂ ਗਾਈਡ ਕਰਦੇ ਹੋ, ਭਾਈ ਇਹ ਤਾਂ ਸੇਵਾ, ਇਹਦੇ ਵਿੱਚ ਤੁਸੀਂ ਆਪਣੇ ਘਰ ਨੂੰ ਵੀ ਬਚਾ ਸਕਦੇ ਹੋ, ਤੁਸੀਂ ਆਪਣੇ ਪਰਿਵਾਰ ਨੂੰ ਬਚਾ ਸਕਦੇ ਹੋ, ਸਮਾਜ ਨੂੰ ਬਚਾ ਸਕਦੇ ਹੋ, ਪਿੰਡ ਨੂੰ ਬਚਾ ਸਕਦੇ ਹੋ, ਔਰ ਤੁਸੀਂ ਇੱਕ ਬਿੰਦੂ ਹੁੰਦੇ, ਕੇਂਦਰ ਬਿੰਦੂ ਹੁੰਦੇ ਹੋ। ਕੋਈ ਵੀ ਪ੍ਰੋਬਲਮ ਆ ਜਾਂਦੀ ਆ ਤਾਂ ਨਰਸਿਸ ਦਾ ਇੱਕ ਬਹੁਤ ਵੱਡਾ ਰੋਲ ਆ, ਉਹਦੇ ਲਈ ਤੁਸੀਂ ਉਹਨਾਂ ਨੂੰ ਗਾਈਡ ਕਰਦੇ ਹੋ ਕਿ ਭਾਈ ਤੁਸੀਂ ਆਪਣਾ ਮਾਈਂਡ ਸੈਟਅਪ ਜਿਹੜਾ ਉਹ ਈਜ਼ੀ ਰੱਖਣਾ ਹੈਗਾ, ਖੁਸ਼ੀ ਰੱਖਣੀ ਆਪਣੇ ਮਨ ਦੇ ਵਿੱਚ, ਗੁੱਸਾ ਨਹੀਂ ਕਰਨਾ। ਪੇਸ਼ੈਂਟ ਦੀ ਜਿਹੜਾ ਬਿਹੇਵੀਅਰ ਹੈਗਾ, ਪੇਸ਼ੈਂਟ ਨੂੰ ਗੁੱਸਾ ਵੀ ਆ ਸਕਦਾ ਹੁੰਦਾ, ਉਹਦੇ ਮਾਈਂਡ ਸੈਟਅਪ ਨੂੰ ਸਮਝਣਾ, ਹਰ ਚੀਜ਼ ਨੂੰ ਤੁਸੀਂ ਪਰਿਪੱਕ ਕਰਦੇ ਹੋ। ਇਹੀ ਬੱਚਿਆਂ ਨੂੰ ਸਭ ਤੋਂ ਪਹਿਲਾਂ ਅਸੀਂ ਇਹੀ ਸਿਖਾਉਂਦੇ ਹਾਂ ਜੀ। ਇਹ ਤੇ ਜਦੋਂ ਅਸੀਂ ਟ੍ਰੇਨਿੰਗ ਕਰਨ ਲੱਗਦੇ ਹਾਂ ਉਦੋਂ ਬੱਚਿਆਂ ਨੇ ਕਹਿੰਦੇ ਵੀ ਜੋ ਵੀ ਜਿਹਦੀ ਵੀ ਆਪਾਂ ਸੇਵਾ ਕਰਨੀ ਹੈ ਉਹ ਦੁਖੀ ਹੁੰਦਾ ਹੈ, ਕਿਸੇ ਬਿਮਾਰੀ ਨਾਲ ਪੀੜਤ ਹੁੰਦਾ ਹੈ, ਉਹਦਾ ਜਿਹੜਾ ਹੈ ਬਿਹੇਵੀਅਰ ਠੀਕ ਨਹੀਂ ਹੋ ਸਕਦਾ, ਪਰ ਆਪਾਂ ਬਿਹੇਵੀਅਰ ਆਪਣਾ ਠੀਕ ਰੱਖਣਾ। ਇੱਕ ਨਰਸਿੰਗ ਜਿਹੜਾ ਕਿੱਤਾ ਇਸ ਤਰ੍ਹਾਂ ਹੈਗਾ ਸਰ, ਜਦੋਂ ਬੱਚਾ ਇਹਦਾ ਬਰਥ ਹੁੰਦਾ ਉਹ ਸਭ ਤੋਂ ਪਹਿਲਾਂ ਜਿਹੜੀ ਨਰਸ ਹੈ ਉਹ ਬੱਚੇ ਨੂੰ ਚੱਕਦੀ ਹੈ ਜੀ, ਠੀਕ ਹੈ ਨਾ ਜੀ। ਤੇ ਲਾਸਟ ਦੇ ਵਿੱਚ ਵੀ ਜਦੋਂ ਕਿਤੇ ਕੋਈ ਬੰਦੇ ਦੀ ਡੈਥ ਹੁੰਦੀ ਹੈ ਜਾਂ ਕੁਛ ਹੁੰਦਾ ਉਹਦੇ ਅੱਖਾਂ ਵੀ ਉਹੀ ਬੰਦ ਕਰਦੀ ਹੈ। ਮਤਲਬ ਮੇਰਾ ਮਤਲਬ ਹੈ ਵੀ ਅੱਖਾਂ ਖੋਲ੍ਹਦੇ ਆ ਵੀ ਇਹ ਨਰਸਿੰਗ ਸਟਾਫ ਹੈ, ਅੱਖਾਂ ਬੰਦ ਵੀ ਨਰਸਿੰਗ ਸਟਾਫ ਕਰਦਾ ਹੈ। ਇਹ ਇਹਨਾਂ ਦਾ ਜਿਹੜਾ ਕਿੱਤਾ ਬਹੁਤ ਪਵਿੱਤਰ ਕੀਤਾ ਤੇ ਬਹੁਤ ਹੀ ਸਹਿਣਸ਼ੀਲਤਾ ਨਾਲ ਇਹ ਕੰਮ ਕਰਨਾ ਪੈਂਦਾ। ਇਹ ਬੱਚਿਆਂ ਨੂੰ ਅਸੀਂ ਪਹਿਲੇ ਦਿਨ ਹੀ ਸਿਖਾ ਦਿੰਦੇ ਹਾਂ। ਸਰ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਤੁਹਾਡਾ, ਬਹੁਤ ਸਾਰੇ ਸਟਾਫ ਦਾ ਬਹੁਤ ਧੰਨਵਾਦ। ਹੁਣ ਗੱਲ ਕਰ ਰਹੇ ਹਾਂ ਮਾਤਾ ਸਾਹਿਬ ਕੌਰ ਕਾਲਜ ਦੇ ਬੈਕਬੋਨ ਪ੍ਰਿੰਸੀਪਲ ਮੈਡਮ ਦੇ ਨਾਲ, ਜਿਨ੍ਹਾਂ ਨੇ ਦਿਨ ਰਾਤ ਦੀ ਪ੍ਰਵਾਹ ਕੀਤੇ ਬਿਨਾ ਇਸ ਇੰਸਟੀਟਿਊਸ਼ਨ ਨੂੰ ਬੜਾ ਉਚਾਈਆਂ ਤੇ ਲਿਜਾਣ ਦਾ ਜਿਹੜਾ ਮਾਈਂਡ ਬਣਾਇਆ ਹੈਗਾ। ਔਰ ਜਿੱਦਾਂ ਬਲਵਿੰਦਰ ਜੀ ਨੇ ਦੱਸਿਆ ਕਿ ਸਾਡੀ ਪ੍ਰਿੰਸੀਪਲ ਦਾ ਬਹੁਤ ਮਿਹਨਤੀ ਹੈ ਭਾਈ, ਰਾਤ ਦਿਨ ਦੀ ਪ੍ਰਵਾਹ ਨਹੀਂ ਕਰਦੀ ਔਰ ਆਪਣੇ ਟੀਚਰਸ ਨੂੰ, ਸਟਾਫ ਨੂੰ ਨਾਲ ਲੈ ਕੇ ਚੱਲਦੀ ਹੈ। ਮੈਡਮ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਸਰ। ਮੈਡਮ ਜਿਸ ਤਰੀਕੇ ਦੇ ਨਾਲ ਨਰਸਿੰਗ ਦੇ ਪ੍ਰੋਫੈਸ਼ਨ ਨੂੰ ਤੁਸੀਂ ਇੱਕ ਬਹੁਤ ਹੀ ਨੋਬਲ ਪ੍ਰੋਫੈਸ਼ਨ ਬਣਾ ਕੇ ਇੱਥੇ ਹਰ ਤਰ੍ਹਾਂ ਦੇ ਜਿਹੜੇ ਹੈਗੇ ਆ ਇਵੈਂਟਸ ਕਰਾਉਂਦੇ ਹੋ, ਜਿੱਦਾਂ ਪਿਛਲੇ ਦਿਨੀ ਨਰਸਿੰਗ ਡੇ ਦਾ ਜਿਹੜਾ ਹੋਇਆ, ਨਰਸਿੰਗ ਡੇ ਤੁਸੀਂ ਮਨਾਇਆ, ਹੋਰ ਵੀ ਬੱਚਿਆਂ ਨੂੰ, ਕਿ ਬੱਚੇ ਜਿਹੜੇ ਉੱਭਦੇ ਨਹੀਂ ਹੈ ਇੱਥੇ ਆ ਕੇ, ਬੱਚਿਆਂ ਨੂੰ ਇੱਕ ਇੰਟਰਸਟ ਜਾਂ ਕ੍ਰੀਏਟ ਰਹਿੰਦਾ, ਕੀ ਕਹਿਣਾ ਚਾਹੋਗੇ? ਸਰ ਹਾਂਜੀ, ਹਰ ਇੱਕ ਇੰਸਟੀਚਿਊਟ ਦੇ ਵਿੱਚ ਕਲਚਰਲ ਐਕਟੀਵਿਟੀ ਹਰ ਬੱਚੇ ਵਾਸਤੇ ਜ਼ਰੂਰੀ ਹੁੰਦੀ ਆ। ਪੜ੍ਹਾਈ ਕਰਕੇ ਵੀ ਬੱਚੇ ਬੋਰ ਹੋ ਜਾਂਦੇ ਆ, ਇਸ ਲਈ ਇਸ ਕਾਲਜ ਦੇ ਵਿੱਚ ਸਮੇਂ-ਸਮੇਂ ਤੇ ਜਿਹੜੇ ਫੰਕਸ਼ਨ ਹੁੰਦੇ ਆ ਉਹ ਸੈਲੀਬ੍ਰੇਟ ਕੀਤੇ ਜਾਂਦੇ ਆ ਤਾਂ ਕਿ ਉਹਨਾਂ ਦਾ ਮਨੋਰੰਜਨ ਵੀ ਹੋ ਸਕੇ ਤੇ ਬੱਚੇ ਵੀ ਅੱਜ ਕੱਲ੍ਹ ਸਿਰਫ ਪੜ੍ਹਾਈ ਕਰਨਾ ਵੀ ਜ਼ਰੂਰੀ ਨਹੀਂ ਹੈਗਾ, ਉਹਦੇ ਨਾਲ ਵੀ ਹਰ ਇੱਕ ਐਕਟੀਵਿਟੀ 'ਚ ਵੀ ਅੱਗੇ ਆਉਣ। ਮੈਡਮ ਅਗਰ ਆਪਾਂ ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਕਰ ਲਈਏ ਤਾਂ ਇਹ ਕਾਲਜ ਜਿਹੜਾ ਹੈਗਾ ਉਹ ਪਰਸਨੈਲਿਟੀ ਡਿਵੈਲਪਮੈਂਟ ਤੇ ਐਮਫਸਾਈਜ਼ ਕਰਦਾ ਬੱਚਿਆਂ ਨੇ, ਕਿਉਂਕਿ ਬਾਹਰਲੇ ਮੁਲਕਾਂ 'ਚ ਬੱਚਿਆਂ ਨੇ ਜਾਣਾ ਹੁੰਦਾ, ਇੰਗਲਿਸ਼ ਸਪੀਕਿੰਗ ਦੇ ਉੱਤੇ ਐਮਫਸਾਈਜ਼ ਕਰਦਾ ਹਰ ਚੀਜ਼ ਨੂੰ। ਇਸ ਕਾਲਜ ਦਾ ਜਿਹੜਾ ਮੋਟੋ ਇਹ ਹੈ ਕਿ ਅਸੀਂ ਬੱਚਿਆਂ ਨੂੰ ਇੱਕ ਐਸੇ ਮਤਲਬ ਇਨਸਾਨ ਬਣਾ ਦਈਏ ਕਿ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹੇ, ਉਹ ਇੱਕ ਉੜਦੇ ਪੰਛੀ ਬਣ ਜਾਣ। ਹਾਂਜੀ ਸਰ, ਉਹਨਾਂ ਨੂੰ ਮਤਲਬ ਕਿ ਉਹਨਾਂ ਦੇ ਇੱਥੋਂ ਬਾਹਰ ਇੰਸਟੀਚਿਊਟ ਵਾਲੇ ਵੀ ਸਮਝਾਉਣ ਆਉਂਦੇ ਹੈਗੇ, ਇੰਗਲਿਸ਼ ਦੇ ਵੀ ਆਈਲੈਟਸ ਕਰਨੀ ਚਾਹੀਦੀ ਹੈਗੀ ਆ। ਇੱਥੇ ਇੰਗਲਿਸ਼ ਸਪੀਕਿੰਗ ਦੇ ਕਲਾਸਿਸ ਲੱਗਦੀਆਂ, ਸਬਜੈਕਟ ਵੀ ਹੈਗਾ ਤੇ ਮਤਲਬ ਕਿ ਬੱਚੇ ਅੱਗੇ ਆਪਦਾ ਫਿਊਚਰ ਬ੍ਰਾਈਟ ਕਰ ਸਕਣ, ਪਰਸਨੈਲਿਟੀ ਡਿਵੈਲਪਮੈਂਟ ਹੋ ਜੇ ਤੇ ਉਹਨਾਂ ਨੂੰ ਮਤਲਬ ਫੋਰਨ ਦੇ ਵਿੱਚ ਜਾਣ 'ਚ ਕੋਈ ਉੱਥੇ ਜੋਬ ਲੈਣ 'ਚ ਦਿੱਕਤ ਨਾ ਹੋਵੇ। ਮੈਡਮ ਜਿਸ ਤਰੀਕੇ ਦੇ ਨਾਲ ਇੱਥੇ ਲੈਬੋਰਟਰੀਜ਼, ਲਾਇਬ੍ਰੇਰੀਜ਼ ਔਰ ਹਰ ਚੀਜ਼ ਨੂੰ ਤੁਸੀਂ ਮੇਨਟੇਨ ਕੀਤਾ, ਲੈਬੋਰਟਰੀਆਂ ਦੇ ਵਿੱਚ ਬੱਚਿਆਂ ਨੂੰ ਪ੍ਰੈਕਟੀਕਲ ਵਰਕ ਦੇ ਉੱਤੇ ਜ਼ਿਆਦਾ ਐਮਫਸਾਈਜ਼ ਕੀਤਾ ਜਾਂਦਾ ਕਿ ਉਹ ਬੱਚੇ ਜਿਹੜੇ ਹੈਗੇ ਉਹ ਆਪਣੇ ਆਪ ਪਰਿਪੱਕ ਹੋ ਜਾਣ।
हाँ जी सर, उन्होंने फिर मतलब पेशेंट इत्थे क्लीनिकल च भी ड्यूटी लगदी हैगी आ भी उत्थे पेशेंट ਨੂੰ ਸੰਭਾਲਣ ਦੇ ਵਿੱਚ ਕੋਈ ਦਿੱਕਤ ਨਾ ਆਵੇ। ਇੱਥੇ ਸਾਰੇ ਟੀਚਰ ਬਹੁਤ ਯੋਗਦਾਨ ਪਾਉਂਦੇ ਹੈਗੇ ਆ, ਉਹਨਾਂ ਨੂੰ ਪ੍ਰੈਕਟੀਕਲੀ ਖੁਦ ਪਹਿਲਾਂ ਕਰਕੇ ਵਿਖਾਉਂਦੇ ਆ, ਫਿਰ ਬੱਚੇ ਡੈਮੋ ਦਿੰਦੇ ਹੈਗੇ ਆ ਤੇ ਬਹੁਤ ਵਧੀਆ ਲੈਬ ਤਿਆਰ ਕੀਤੀਆਂ ਗਈਆਂ ਨੇ ਤਾਂ ਕਿ ਬੱਚੇ ਅੱਗੇ ਵੱਧ ਸਕਣ। ਮੈਡਮ ਜਿਹੜੇ ਇੱਥੋਂ ਦੇ ਡਾਇਰੈਕਟਰ ਨੇ ਉਹਨਾਂ ਦਾ ਮਾਈਂਡ ਸੈਟਅਪ ਐਸਾ ਡਾਕਟਰ ਸਾਹਿਬ ਦਾ ਕਿ ਅਸੀਂ ਵਿੱਦਿਆ ਦਾ ਦਾਨ ਦੇਣਾ ਹੈਗਾ। ਉਹਨਾਂ ਨੇ ਕਦੇ ਕਰੋਨਾ ਦਾ ਇੰਨਾ ਮਾੜਾ ਪੀਰੀਅਡ ਚੱਲਿਆ, ਉਹਨਾਂ ਨੇ ਇਹ ਨਹੀਂ ਕਿਹਾ ਕਿ ਸਟਾਫ ਹਟਾਤਾ ਹੋਵੇ, ਇਹ ਨਹੀਂ ਹੈ ਕਿ ਆਪਣੇ 3rd ਕਲਾਸ ਦੇ EMPLOYEES ਜਿਹੜੇ ਹੈਗੇ ਹਟਾਤੇ ਹੋਣ ਪੀਰੀਅਡ। ਉਹਨਾਂ ਨੇ ਹਮੇਸ਼ਾ ਹਰੇਕ ਬੰਦੇ ਦੇ ਢਿੱਡ ਦਾ ਸੋਚਿਆ ਔਰ ਹਮੇਸ਼ਾ ਉਹਨਾਂ ਨੇ ਸੇਵਾ ਕੀਤੀ ਹੈਗੀ ਆ। ਗਿੱਦੜਬਾਹੇ ਦੇ ਵਿੱਚ ਕੋਈ ਵੀ ਕੈਂਪ ਲੱਗਦਾ ਹੈਗਾ ਤਾਂ ਸਾਡੇ ਬੱਚੇ ਜਿਹੜੇ ਤੁਹਾਡੇ ਜਿੱਦਾਂ ਸਰ ਨੇ ਦੱਸਿਆ ਕਿ ਜਾ ਕੇ ਆਪ ਫਰੰਟ ਲਾਈਨ ਦੇ ਉੱਤੇ ਖੜ੍ਹ ਕੇ ਸੇਵਾ ਕਰਦੇ। हाँ जी सर, कोरोना के टाइम में कॉलेज बंद नहीं होया, इंस्टीट्यूट नर्सिंग हर थां ते खुली रही हैगी आ ते बच्चे मतलब पूरा उन्होंने हॉस्पिटल भी ड्यूटी लगी हैगी उस टाइम ते जिस टाइम ते सारे डरदे सीगे आपदियां नूं संभालण तो सारे डरदे सी। बच्चों ने बहुत वधिया उत्थे योगदान दिता, आपदे समझ के पेशेंट की केयर की हैगी आ। नाइट ड्यूटियां लगियां उन्होंने, मॉर्निंग ड्यूटी लगी, सारी शिफ्टां दे विच ड्यूटी लगी हैगी आ। स्टाफ भी इत्थे कंटिन्यू आउंदा रहा जी, सारे ने मतलब बहुत वधिया कीता उस टाइम। और जिद्दां प्रशासन ने भी तुहानूं कोरोना वैरियर के तौर दे उत्ते काफ़ी अबलाइज किया और हमेशा इस कॉलेज का नाम जिहड़ा हैगा नाल लैंदे सीगे कि इन्होंने बहुत ज़्यादा सेवा की। हाँ जी सर, हम पिछे जे अपने कॉलेज में सन्मानित भी किया सी, आप तुसीं वेख सकते ट्रॉफी भी मिली है सर इस कोरोना वॉरियर्स वास्ते स्पैशल अपने बच्चों इंस्टीट्यूट में ताई क्योंकि बच्चों ने बहुत अगे वध के ये पार्टिसिपेशन किया भी सारे ही इस चीज़ तो मतलब वो सीगे कि हाँ असी लड़ना हैगा, इस दे नाल फाइट करनी हैगी, इनू हराउणा गा ते आखिरकार अपनी जित हुई है ते कोरोना हारिया। मैडम एग्जाम हो रहे ने तकरीबन हो गए एग्जाम CBSE दे भी पंजाब स्कूल एजुकेशन बोर्ड दे भी की कहना चाहोगे कि एक नोबल प्रोफैशन नूं बच्चे ज्वाइन करन जिहदे विच उन्हां नूं इंसान बनन दा, उन्हां नूं अपनी फैमिली नूं संभालण दा, उन्हां नूं बाहर जाण दा, क्योंकि अगर आप 10+2 करके जाने किते बाहर और एक नर्सिंग करके जाने तो एक साडे कोल कला जदों हुंदी आ की कहना चाहोगे कि अज 10+2 के बच्चों को चाहिए कि वो नर्सिंग ज्वाइन कर ज्वाइन कर और एक वधिया प्रोफैशनल बन के फॉरन जाना फॉरन, इंडिया रहना तो इंडिया। हाँ जी सर, नर्सिंग का प्रोफैशन च ये फायदा होंदा भी सीधा आप ਜਿਹੜੇ ਹੈਗੇ ਆ +2 ਤੋਂ ਬਾਅਦ ਮੈਡੀਕਲ ਨॉन ਮੈਡੀਕਲ ਸਟੂਡੈਂਟ ਆਰਟਸ ਵਾਲੇ ਵੀ ਇਹ 'ਚ ਐਡਮਿਸ਼ਨ ਲੈ ਸਕਦੇ ਹੈਗੇ ਆ ਤੇ ਇਹਦੇ ਵਿੱਚ ਸਰ ਕੀ ਆ ਬਹੁਤ ਜ਼ਿਆਦਾ ਸਕੋਪ ਆ। ਇਹਦੇ ਵਿੱਚ ਆਪਾਂ ਇੱਥੇ ਰਹਿੰਦੇ ਹੋਏ ਪਹਿਲਾਂ ਆਪਾਂ ਗਵਰਨਮੈਂਟ ਵੈਕੈਂਸੀ ਵਾਸਤੇ ਅਪਲਾਈ ਕਰ ਸਕਦੇ ਹੈਗੇ ਆ, ਉਹਦਾ ਬਹੁਤ ਜ਼ਿਆਦਾ ਸਕੋਪ ਆ। ਉਦੋਂ ਬਾਅਦ ਜਿਹੜੇ ਫੋਰਨ ਜਾਣਾ ਚਾਹੁੰਦੇ ਉੱਥੇ ਉਹਨਾਂ ਨੂੰ PR ਈਜ਼ੀ ਮਿਲ ਜਾਂਦੀ ਹੈਗੀ ਆ ਤੇ ਇਸ ਲਈ ਵੀ ਜ਼ਿਆਦਾ ਪ੍ਰੈਫਰੈਂਸ GNM ਨੂੰ ਦਿੱਤੀ ਜਾਂਦੀ ਹੈਗੀ ਆ। GNM ਦੇ ਬੇਸ 'ਤੇ ਆਪਾਂ ਆਪਦੀ ਇਨਕਮ ਦਾ ਸਾਧਨ ਆ ਇਹ ਤੇ ਆਪਾਂ ਆਪਦੀ ਲਾਈਫ ਨੂੰ ਸੈੱਟ ਕਰ ਸਕਦੇ ਹਾਂ। थैंक यू मैडम। थैंक यू सर। हाँ सर, हम अपना क्लैरिकल ऑफिस अपने मैम है क्लैरिकल सिमरनजीत कौर ये क्लैरिकल ने एक सर साढ़े दिस इज नॉटमी लैब। आप देख सकते हैं कि नॉटमी लैब ਦੇ ਵਿੱਚ ਆਪਾਂ ਪਹਿਲਾਂ ਦੇਖ ਸਕਦੇ ਹਾਂ ਕਿ ਸਕੈਲਟਨ ਦੇਖ ਸਕਦੇ ਹਾਂ और ਉਹਦੇ ਨਾਲ ਨਾਲ ਸਪੀਸੀਜ਼ ਦੇਖ ਸਕਦੇ ਹਾਂ, ਹਰ ਤਰ੍ਹਾਂ ਦੀਆਂ ਇਹਨਾਂ ਨੇ ਇੱਥੇ ਰੱਖੀਆਂ ਹੋਈਆਂ ਨੇ। ਸਰ ਕੀ ਕਹਿਣਾ ਚਾਹੋਗੇ? ਜੀ ਦਿਸ ਇਜ਼ ਅ ਨੋਟਮੀ ਲੈਬ ਤੇ ਦਿਸ ਇਜ਼ ਅ ਮਾਈ ਸਟੂਡੈਂਟਸ ਜਿਨ੍ਹਾਂ ਨੂੰ ਮੈਂ ਨੋਟਮੀ ਟੀਚ ਕਰਦਾ। ਸਰ ਇਹ ਤੁਹਾਨੂੰ ਸਟੂਡੈਂਟਸ ਜਿਹੜੇ ਹੈਗੇ ਸਾਰੀ ਅਨਾਟਮੀ ਲੈਬ ਬਾਰੇ ਦੱਸਣਗੇ ਕਿ ਕੀ ਇਸ 'ਚ ਮਤਲਬ ਲਾਈਕ ਜਿਵੇਂ ਸਕੈਲੇਟਨ ਆ ਇਸ ਦੇ ਵਿੱਚ ਕਿਹੜੀਆਂ ਬੋਨਸ ਹੁੰਦੀਆਂ, ਕ੍ਰੇਨੀਅਮ ਬੋਨਸ, ਸਕੈਲਪ ਬੋਨ, ਤਾਂ ਇਹਨਾਂ ਨੂੰ ਐਕਸਪਲੇਨ ਕਰਨਗੇ ਲਾਈਕ ਜਿਵੇਂ ਬੱਚਿਆਂ ਨੇ ਆਹ ਬਣਾਏ ਹੋਏ ਆ ਸਰ ਮਤਲਬ ਮਾਡਲ, ਤਾਂ ਇਹਨਾਂ ਨੂੰ ਕਾਹਦੇ ਵਾਸਤੇ ਬਣਾਇਆ ਉਹਨਾਂ ਨੇ, ਕਾਹਦੇ ਲਈ ਉਹਨਾਂ ਨੇ ਐਕਸਪਲੇਨੇਸ਼ਨ ਕਰਨੀ ਆ, ਮਤਲਬ ਇਹ ਕਾਹਦੇ ਲਈ ਹੈਗਾ ਆਪਣੀ ਬਾਡੀ 'ਚ ਆਰਗਨਸ ਕਿਉਂ ਪਾਏ ਆ ਤੇ ਇਹਨਾਂ ਦਾ ਕੀ ਕੰਮ ਆ ਉਹ ਐਕਸਪਲੇਨੇਸ਼ਨ ਕਰਨਗੇ। ਅਸੀਂ ਚਾਹਾਂਗੇ ਕਿ ਸਾਡੇ ਪਿਆਰੇ ਪਿਆਰੇ ਬੱਚੇ ਆ ਸਰ ਇਹ ਸਾਡਾ ਸਕੈਲਟਲ ਸਿਸਟਮ ਹੈਗਾ ਤੇ ਆਪਣਾ ਸਾਰਾ ਸਕੈਲਟਮ ਸਿਸਟਮ ਹੈਗਾ ਜਿਹੜਾ ਉਹ 206 ਬੋਨਸ ਤੋਂ ਮਿਲ ਕੇ ਬਣਿਆ ਹੋਇਆ ਤੇ ਇਹਦੀਆਂ 4 ਕੈਵਿਟੀਜ਼ ਹੁੰਦੀਆਂ ਹੈਗੀਆਂ, ਕ੍ਰੇਨੀਅਮ ਕੈਵਿਟੀ, ਥੋਰੈਕਸ, ਅਬਡੋਮਨ ਤੇ ਪੈਲਵਿਕ ਕੈਵਿਟੀ ਹੁੰਦੀ ਆ। ਆ ਸਾਰਾ ਆਪਣਾ ਕ੍ਰੇਨੀਅਮ ਹੈਗਾ, ਸਕਲ ਹੈ ਜਿਹੜਾ ਉਹ 2 ਪਾਰਟਸ ਤੇ ਡਿਵਾਈਡਡ ਹੈਗਾ, ਕ੍ਰੇਨੀਅਮ ਬੋਨਸ ਤੇ ਫੇਸ਼ੀਅਲ ਬੋਨਸ। ਕ੍ਰੇਨੀਅਮ 'ਚ 8 ਬੋਨਸ ਹੁੰਦੀਆਂ ਤੇ ਫੇਸ਼ੀਅਲ 'ਚ ਹੁੰਦੀਆਂ 16। ਸੁਪੀਰੀਅਰ ਪਾਰਟ ਹੁੰਦਾ ਤੇ ਇਨਫੀਰੀਅਰ ਪਾਰਟ ਹੁੰਦਾ। ਜਿਹੜਾ ਸੁਪੀਰੀਅਰ ਪਾਰਟ ਹੁੰਦਾ ਉਹ ਸਾਰੀ ਬਾਡੀ ਵਿੱਚੋਂ ਡੀਆਕਸੀਜਨੇਟਡ ਬਲੱਡ ਹੁੰਦਾ, ਉਹਨੂੰ ਕਲੈਕਟ ਕਰਕੇ ਉਹਨੂੰ ਟ੍ਰਾਈਕਾਸਪਿਡ ਵਾਲਸ ਦੇ ਵਿੱਚ ਭੇਜਦਾ ਹੈ ਤੇ ਟ੍ਰਾਈਕਾਸਪਿਡ ਵਾਲਸ ਹੁੰਦੇ ਆ ਉਹ ਉਹਨਾਂ ਨੂੰ ਅੱਗੇ ਵੈਂਟਰੀਕਲਸ ਦੇ ਵਿੱਚ ਭੇਜਦਾ ਤੇ ਵੈਂਟਰੀਕਲਸ ਤੋਂ ਲੰਗਸ ਦੇ ਵਿੱਚ ਜਾਂਦਾ, ਲੰਗਸ ਦੇ ਵਿੱਚੋਂ ਫਿਰ ਦੂਸਰੇ ਪਾਸੇ ਆਉਂਦਾ ਲੈਫਟ ਸਾਈਡ ਆ ਕੇ ਲੈਫਟ ਵੈਂਟਰੀਕਲ ਦੇ ਵਿੱਚ ਲੈਫਟ ਏਟਰੀਅਮ ਦੇ ਵਿੱਚ ਤੇ ਲੈਫਟ ਏਟਰੀਅਮ ਉਹਨੂੰ ਸੈਂਡ ਕਰਦਾ ਬਾਈਕਾਸਪਿਡ ਵਾਲ ਦੇ ਵਿੱਚ, ਬਾਈਕਾਸਪਿਡ ਵਾਲ ਦੇ ਵਿੱਚ ਜਾ ਕੇ ਫਿਰ ਲੈਫਟ ਰਾਈਟ ਵੈਂਟਰੀਕਲ ਦੇ ਵਿੱਚ ਆਉਂਦਾ ਤੇ ਇਸ ਤਰ੍ਹਾਂ ਫਿਰ ਉਹ ਕੀ ਕਹਿਣਾ ਚਾਹੋਗੇ ਕਿ ਦਿਲ ਦਾ ਹੀ ਸਾਰਾ ਕੰਮ ਹੈਗਾ, ਜਿਹਨੇ ਦਿਲ ਨੇ ਹੀ ਆਪਣੇ ਹਾਰਟ ਨੂੰ ਸਾਰਾ ਥਾਂ ਤੇ ਪਹੁੰਚਾਉਣਾ, ਮਤਲਬ ਆਪਣਾ ਆਪਣੀ ਜ਼ਿੰਦਗੀ ਚੱਲਦੀ ਦਿਲ ਦੇ ਨਾਲ।
ਹਾਂਜੀ ਸਾਰੀ ਲਾਈਫ ਚੱਲਦੀ। ਜੇ ਹਾਰਟ ਪੰਪ ਕਰਨਾ ਬੰਦ ਹੋ ਜਾਵੇ ਤੇ ਆਪਣੀ ਲਾਈਫ ਬੇਟਾ ਜਿੱਦਾਂ ਕਿਡਨੀ ਫਿਲਟਰੇਸ਼ਨ ਦੇ ਉੱਤੇ ਇਹ ਸਪੈਸੀਮਨ ਬਣਿਆ, ਕੀ ਕਹਿਣਾ ਚਾਹੋਗੇ? ਕਿਡਨੀਆਂ ਜਿਹੜੀਆਂ ਉਹ ਮੇਨ ਪਾਰਟ ਆ ਜਿਹੜੇ ਆਪਣੇ ਬਲੱਡ ਨੂੰ ਪਿਊਰੀਫਾਈ ਕਰਦੀਆਂ, ਬਲੱਡ ਨੂੰ ਪਿਊਰੀਫਾਈ ਕਰਦੇ ਆ। ਤੇ ਜਦੋਂ ਕਿਡਨੀ ਫੇਲ ਆ ਤਾਂ ਇਹਦਾ ਮਤਲਬ ਜ਼ਿੰਦਗੀ ਗਈ। ਯੈਸ ਸਰ। ਇੱਕ ਵੈਸੇ ਤਾਂ ਆਪਾਂ ਇੱਕ ਕਿਡਨੀ ਉੱਪਰ ਵੀ ਲਾਈਫ ਨੂੰ ਜਾ ਸਕਦੇ ਹਾਂ ਜੀ। ਹਾਂਜੀ ਬਸ ਜੇ ਦੋਨੇ ਕਿਡਨੀਆਂ ਫੇਲ ਹੋ ਜਾਣ ਤੇ ਉਸ ਤੋਂ ਬਾਅਦ ਤਾਂ ਫਿਰ ਆਪਾਂ ਇਹ ਸਮਝੀਏ ਵੀ ਰਾਮ ਰਾਮ ਸਾਥੀ ਹੈ। ਯੈਸ ਸਰ। ਡਾਇਲਿਸਿਸ ਕਰਵਾ ਸਕਦੇ ਆਪਾਂ। ਹਾਂਜੀ ਸਰ। ਕਰ ਦਿਓ। ਬਹੁਤ ਵਧੀਆ ਮਹਿਸੂਸ ਕਰਦੇ ਆ, ਟੀਚਰ ਬਹੁਤ ਵਧੀਆ ਸਾਨੂੰ ਟੀਚ ਕਰਦੇ ਆ, ਸਾਨੂੰ ਗਾਈਡੈਂਸ ਕਰਦੇ ਆ ਕਿ ਜਿਹੜੇ ਤੁਹਾਡੇ ਪੇਸ਼ੈਂਟ ਆ ਉਹ ਤੁਹਾਡੇ ਪਰਿਵਾਰ ਦੀ ਤਰ੍ਹਾਂ ਹੈਗੇ, ਉਹਨਾਂ ਨੂੰ ਵਧੀਆ ਟ੍ਰੀਟ ਕਰਨਾ ਹੈਗਾ, ਉਹਨਾਂ ਨਾਲ ਕਦੇ ਵੀ ਮਤਲਬ ਮਿਸਬਿਹੇਵ ਨਹੀਂ ਕਰਨਾ ਹੈਗਾ। ਹੁਣ ਅਸੀਂ ਕਮਿਊਨਿਟੀ ਲੈਬ ਦੇ ਵਿੱਚ ਆ ਚੁੱਕੇ ਹੈਗੇ ਆ। ਸਾਡੇ ਸਾਰੇ ਫੈਕਲਟੀ ਮੈਂਬਰਸ ਹੈਗੇ ਆ। ਹਰਦੀਪ ਸਰ। Yes, my name is Dev. My name is Sandeep Kaur. Myself Paypal Kaur. My name is Amanpreet Kaur. ਹਾਂਜੀ, ਤੇ ਹੁਣ ਤੁਹਾਨੂੰ ਅਸੀਂ ਮਾਡਲ ਦਿਖਾਵਾਂਗੇ ਜਿਹੜੇ ਨਰਸਿੰਗ ਤੇ ਲੈਬ ਦੇ ਵਿੱਚ ਪ੍ਰਿਪੇਅਰ ਕੀਤੇ ਬੱਚਿਆਂ ਦੁਆਰਾ GNM ਫਸਟ ਈਅਰ, ਸੈਕੰਡ ਈਅਰ, ਥਰਡ ਈਅਰ ਜਿਵੇਂ ਕਿ 4S ਡੀਫੋਰੈਸਟੇਸ਼ਨ ਤੇ ਬਣਾਇਆ ਹੈਗਾ ਫਸਟ ਮਾਡਲ। ਸੈਕਿੰਡ ਆਪਣਾ ਹੈਗਾ ਰੂਰਲ ਅਰਬਨ ਏਰੀ ਕਮਿਊਨਿਟੀ ਵਿਖਾਈ ਹੋਈ ਹੈ, ਪਿੰਡਾਂ 'ਚ ਕਿਵੇਂ ਦਾ ਮਾਹੌਲ ਹੁੰਦਾ, ਸ਼ਹਿਰਾਂ 'ਚ ਕੀ ਕੁਛ ਹੁੰਦਾ, ਉਹਦੇ ਵਿੱਚ ਡਿਫਰੈਂਸ਼ੀਏਟ ਕੀਤਾ ਹੋਇਆ ਹੈਗਾ। ਥਰਡ ਆਪਾਂ ਵੇਖਾਂਗੇ Urban old community and ਸਾਡਾ ਸਟ੍ਰੀਟ ਨੈਕਸਟ। ਇਹ ਜਿਹੜਾ ਮਾਡਲ ਹੈ ਇਹਦੇ ਵਿੱਚ ਇਹ ਦਰਸਾਇਆ ਕਿ ਹੁਣ ਮਾਡਰਨ ਕਮਿਊਨਿਟੀ ਕਿੱਦਾਂ ਦੀ ਸੀ ਐਂਡ ਪ੍ਰੀਵੀਅਸ ਜਿਹੜੀ 올ਡ ਕਮਿਊਨਿਟੀ ਉਹ ਕਿੱਦਾਂ ਦੀ ਸੀ, ਇਹਨੂੰ ਡਿਫਰੈਂਸ਼ੀਏਟ ਕੀਤਾ ਹੋਇਆ। ਉਸ ਤੋਂ ਬਾਅਦ ਆਪਣਾ ਹੈਗਾ ਪ੍ਰਾਇਮਰੀ ਹੈਲਥ ਸੈਂਟਰ, ਜੋ ਮਤਲਬ ਲੋਕਲ ਲੈਵਲ ਦੇ ਪ੍ਰਾਇਮਰੀ ਹੈਲਥ ਸੈਂਟਰਸ ਬਣੇ ਹੁੰਦੇ ਆ, ਉਹਨਾਂ ਦੇ ਵਿੱਚ ਕੀ ਕੀ ਫੈਸਿਲਿਟੀਜ਼ ਹੁੰਦੀਆਂ ਹਸਪੀਟਲ ਦੇ ਵਿੱਚ, ਉਹਨਾਂ ਨੂੰ ਦਰਸਾਇਆ ਹੋਇਆ। ਉਸ ਤੋਂ ਬਾਅਦ ਇਹ ਡਾਈਜੈਸਟਰ ਮੈਨੇਜਮੈਂਟ, ਕਿੱਦਾਂ ਕਿਹੜੇ ਟਾਈਪ ਦੇ ਡਾਈਜੈਸਟਰਸ ਹੁੰਦੇ ਆ ਐਂਡ ਉਹਨਾਂ ਨੂੰ ਨਰਸਿੰਗ ਸਟਾਫ ਦੇ ਰਿਲੇਟਡ ਕਿਵੇਂ ਮੈਨੇਜ ਕੀਤਾ ਜਾਂਦਾ, ਇਸ ਮਾਡਲ ਦੇ ਵਿੱਚ GNM ਸੈਕੰਡ ਈਅਰ ਦੇ ਸਟੂਡੈਂਟਸ ਨੇ ਇਹਨੂੰ ਡਿਫਰੈਂਸ਼ੀਏਟ ਕੀਤਾ। ਉਸ ਤੋਂ ਬਾਅਦ ਆਪਣਾ ਫੂਡ ਅਡਲਟ੍ਰੇਸ਼ਨ ਹੈ, ਇਹ GNM ਫਸਟ ਈਅਰ ਸਟੂਡੈਂਟ ਨੇ ਬਣਾਇਆ ਹੈਗਾ। ਇਹਦੇ ਵਿੱਚ ਅਡਲਟ੍ਰੇਸ਼ਨ ਦੱਸਿਆ ਕਿ ਫੂਡਸ ਦੇ ਵਿੱਚ ਕਿਵੇਂ ਕੀ ਮਿਲਾਵਟ ਹੋ ਸਕਦੀ ਆ, ਤਾਂ ਉਹਨੂੰ ਕਿੱਦਾਂ ਮਤਲਬ ਮਿਲਾਵਟ ਕਰਕੇ ਉਹ ਵੇਚਦੇ ਆ। ਉਸ ਤੋਂ ਬਾਅਦ ਹੈਗਾ ਜੀ ਪਿਊਰੀਫਿਕੇਸ਼ਨ ਆਫ ਵਾਟਰ। ਇਹ ਤਾਂ ਆਲਮੋਸਟ ਆਪਣੇ ਪਿੰਡਾਂ ਦੇ ਵਿੱਚ ਹੁੰਦਾ, ਕਿਉਂਕਿ ਹਰੇਕ ਪਿੰਡ ਦੇ ਵਿੱਚ ਮਤਲਬ ਵਾਟਰ ਵਰਕਸ ਵਗੈਰਾ ਡਿਵੈਲਪ ਹੁੰਦੇ ਆ, ਜਿਹਦੇ ਵਿੱਚ ਕੀ ਆ ਮਤਲਬ ਵਾਟਰ ਨੂੰ ਪਿਊਰੀਫਾਈ ਕਰਕੇ ਦੈਨ ਘਰਾਂ ਦੇ ਵਿੱਚ ਪਹੁੰਚਾਇਆ ਜਾਂਦਾ। ਉਸ ਤੋਂ ਬਾਅਦ ਆਪਣਾ ਹੈਗਾ ਇਹ ਜਿਹੜਾ ਕਿ ਇੰਡਸਟਰੀਅਲ ਏਰੀਆ ਦੇ ਵਿੱਚ ਮਤਲਬ ਲਾਈਕ ਮਾਡਰਨ ਕਮਿਊਨਿਟੀ ਹੀ ਆ ਜਾਂਦੀ ਆ ਕਿ ਅਰਬਨ ਜਿਹੜੇ ਅਰਬਨ ਏਰੀਆਜ਼ ਹੈਗੇ ਆ, ਉਹਦੇ ਵਿੱਚ ਜੋ ਵੀ ਮਤਲਬ ਜਿਵੇਂ ਇੰਡਸਟਰੀਜ਼ ਕਿੱਦਾਂ ਡਿਵੈਲਪ ਹੋ ਗਈ, ਕਾਹਦੇ ਰਿਲੇਟਡ ਹੈਗੀ ਆ ਐਂਡ ਉਹਦੇ ਨੀਅਰ ਅਬਾਊਟ ਕੀ ਹੋਣਾ ਚਾਹੀਦਾ, ਇਹ ਚੀਜ਼ਾਂ ਨੂੰ ਡਿਫਰੈਂਸ਼ੀਏਟ ਕੀਤਾ। ਇਸ ਕਾਲਜ 'ਚ ਹਰ ਚੀਜ਼ ਦੀ ਫੈਸਿਲਿਟੀ ਬੈਸਟ ਟੀਚਰ ਵੀ ਹੈਗੇ ਨੇ। ਸਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਟੀਚਰ ਸਾਡੀ ਹੈਲਪ ਕਰਦੇ ਨੇ। ਬੜਾ ਫੀਲਿੰਗ ਕਿੱਦਾਂ? My name is Priyanka Kaur. ਵੈਸੇ ਲੱਗਦਾ ਵੀ ਜਾਣਾ ਬਾਹਰਲੇ ਫੋਰਨ ਦੀਆਂ ਲੱਗਦਾ ਜਹਾਜ਼ ਜੇ ਨੇੜੇ ਆ ਗਏ। ਹਾਂਜੀ ਸਰ। ਜਿਸ ਤਰੀਕੇ ਨਾਲ ਪੜ੍ਹਾ ਰਹੇ ਨੇ ਇਹ, ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਬੜੀ ਲੰਬੀ ਲਾਈਨ ਆ, 300 ਤੋਂ ਵੱਧ ਸਟੂਡੈਂਟ ਪਹਿਲਾਂ ਜਾ ਚੁੱਕਿਆ, ਲੱਗਦਾ ਵੀ ਅਸੀਂ ਬਾਹਰ ਜਾ ਕੇ ਵੀ ਸੇਵਾ ਕਰਾਂਗੇ ਨਾਲ। ਹਾਂਜੀ ਸਰ, ਬਹੁਤ ਵਧੀਆ ਸਟਾਫ ਹੈਗਾ ਜੀ। ਬੇਟਾ ਕੀ ਕਹਿਣਾ ਚਾਹੋਗੇ ਕਿ 10th ਪੜ੍ਹ ਕੇ +2 ਕਰਕੇ ਜਾਣਾ ਔਰ ਇੱਕ ਨਰਸਿੰਗ ਬਣ ਕੇ ਜਾਣਾ ਬਾਹਰ, ਇਹ ਦੋਨਾਂ ਚੀਜ਼ਾਂ 'ਚ ਫਰਕ ਹੈ ਕਿ ਨਹੀਂ? ਫਰਕ ਹੈ ਸਰ। ਕਹੋਗੇ ਬੱਚਿਆਂ ਨੂੰ ਕਿ ਜਿਹੜੇ +2 ਕਰ ਰਹੇ ਆ ਉਹਨਾਂ ਨੂੰ ਨਰਸਿੰਗ ਕਰਨੀ ਚਾਹੀਦੀ ਹੈ? ਨੋਬਲ ਪ੍ਰੋਫੈਸ਼ਨ ਹੈ, ਆਪਣੇ ਜੋਗਾ ਬੰਦਾ ਹੋ ਜਾਂਦਾ, ਰੋਟੀ ਪਾਣੀ ਉਹਨੂੰ ਜੇ ਕਮਾਉਣਾ ਤਾਂ ਆਪਣੇ ਹੀ ਕਮਾ ਸਕਦਾ, ਨੌਕਰੀ ਮਿਲ ਜਾਂਦੀ ਹੈ, ਨਹੀਂ ਤਾਂ ਆਪਣੇ ਪ੍ਰੈਕਟਿਸ ਕਰ ਲੈਂਦਾ। ਯੈਸ ਸਰ। ਥੈਂਕ ਯੂ। ਲਾਇਬ੍ਰੇਰੀ ਵਿੱਚ ਆਇਆ ਤੇ ਇਹਦੇ ਵਿੱਚ ਬੱਚਿਆਂ ਨੂੰ ਹਰ ਇੱਕ ਸਬਜੈਕਟ ਨਾਲ ਰਿਲੇਟਡ ਆਪਾਂ ਬੁੱਕਸ ਪ੍ਰੋਵਾਈਡ ਕਰਦੇ ਹੈਗੇ ਆ। ਬੱਚੇ ਤੇ ਪੜ੍ਹ ਕੇ ਆਪਣਾ ਗਿਆਨ ਵਧਾਉਂਦੇ ਹੈਗੇ, ਜਿਵੇਂ ਹਰ ਇੱਕ ਵਿਸ਼ੇ ਦੀ ਪੀਡੀਆਟ੍ਰਿਕ ਨਰਸਿੰਗ ਹੋ ਗਿਆ, ਇੱਦਾਂ ਸਾਰੀਆਂ ਮਿਡਵਾਈਫਰੀ, ਗਾਇਨੋਕੋਲੋਜੀ ਨਰਸਿੰਗ ਹੋ ਗਈ ਤੇ ਅਨਾਟਮੀ ਹੋ ਗਈ ਸਰ, ਫੰਡਾਮੈਂਟਲ ਆਫ ਨਰਸਿੰਗ ਹੋ ਗਿਆ, ਫਸਟ ਏਡ ਦੀਆਂ ਬੁੱਕਸ ਪਈਆਂ ਹੈਗੀਆਂ, ਸਾਰੇ ਸਬਜੈਕਟ ਵਾਈਜ਼ ਬੁੱਕਸ ਵੀ ਹੈਗੀਆਂ ਤੇ 10 ਈਅਰ ਵੀ ਉਹਨਾਂ ਨੂੰ ਦਿੱਤੇ ਜਾਂਦੇ ਹੈਗੇ ਵੀ ਉਹਨਾਂ ਦਾ ਪਿਛਲਾ ਵੀ ਸਾਰਾ ਉਹ ਰਿਵਾਈਜ਼ ਹੋ ਜਾਵੇ। ਤੇ ਨੈਕਸਟ ਸਾਰੇ ਸਬਜੈਕਟ ਤੁਸੀਂ ਦੇਖ ਸਕਦੇ ਹੈਗੇ ਹੋ, ਬਿਹੇਵੀਅਰ ਸਾਇੰਸ ਹੋ ਗਿਆ, ਕਮਿਊਨਿਟੀ ਹੈਲਥ ਨਰਸਿੰਗ ਹੋ ਗਈ, ਇੱਧਰ ਸਾਰੀ ਇੱਧਰ ਆਪਣੇ ਬਿਹੇਵੀਅਰ ਸਾਇੰਸ ਦਾ ਸਬਜੈਕਟ ਹੈ ਸਰ, ਮੈਡੀਕਲ ਸਰਜੀਕਲ ਨਰਸਿੰਗ ਵੀ ਹੈਗਾ ਐਂਡ ਸਾਈਕੈਟ੍ਰਿਕ ਨਰਸਿੰਗ ਦੀਆਂ ਬੁੱਕਸ ਸਾਰੀਆਂ ਪਈਆਂ ਸਰ ਇਹਦੇ ਵਿੱਚ। ਇੱਧਰ ਮੈਡੀਕਲ ਸਰਜੀਕਲ ਆ ਗਿਆ 1 and 2, ਫਿਰ ਇੰਟਰਨਸ਼ਿਪ ਦੀਆਂ ਬੁੱਕਸ ਹੈਗੀਆਂ ਸਰ। ਇਹ ਸਾਰੀ ਆਪਣੀ ਲਾਇਬ੍ਰੇਰੀ ਹੈਗੀ ਆ। ਸਟੱਡੀ ਦੇ ਨਾਲ ਇੱਥੇ ਜਨਰਲ ਬੁੱਕਸ ਵੀ ਹੈਗੀਆਂ, ਬੱਚਾ ਆ ਕੇ ਆਪਣਾ ਰੀਅਲ ਮੂਡ ਦੇ ਵਿੱਚ ਉਹ ਵੀ ਸਟੱਡੀ ਕਰ ਸਕਦਾ ਹੈਗਾ। ਆਪਾਂ ਦੇਖ ਸਕਦੇ ਹਾਂ ਕਿ ਬੜਾ ਵਧੀਆ ਇੱਥੇ ਸਿਸਟਮ ਹੈਗਾ, ਕਮ ਸੇ ਕਮ 50 ਬੱਚੇ ਜਿਹੜੇ ਹੈਗੇ ਇੱਕ ਟਾਈਮ ਤੇ ਆ ਕੇ ਪੜ੍ਹ ਸਕਦੇ ਨੇ ਔਰ ਬਹੁਤ ਹੀ ਖੁੱਲ੍ਹਾ ਡੁੱਲਾ ਐਟਮੋਸਫੇਅਰ ਹੈਗਾ ਇੱਥੇ, ਚਾਰੇ ਪਾਸੇ ਏਰੀ ਹੈਗਾ। ਆਪਾਂ ਦੇਖ ਸਕਦੇ ਹਾਂ ਕਿ ਲਾਈਵ ਡੈਮੋਜ਼ ਜਿਹੜੇ ਹੈਗੇ ਆ ਮੈਡਮ ਬੱਚਿਆਂ ਨੂੰ ਕਰਾ ਕਰਕੇ ਦਿਖਾਉਂਦੇ ਨੇ। ਮੈਡਮ ਕੀ ਕਹਿਣਾ ਚਾਹੋਗੇ ਕਿ ਲੈਬ ਦੇ ਵਿੱਚ ਹੀ ਬੱਚਿਆਂ ਦਾ ਜਿਹੜਾ ਮੇਨ ਐਕਸਰਸਾਈਜ਼ ਹੁੰਦਾ? ਹਾਂਜੀ, ਮੇਨ ਐਕਸਰਸਾਈਜ਼ ਲੈਬ ਦੇ ਵਿੱਚ ਐਕਚੁਅਲੀ ਜਿਹੜਾ
ਨਰਸਿੰਗ ਪ੍ਰੋਫੈਸ਼ਨ ਹੈ ਤੇ ਇਹ ਹੈ ਹੀ ਮਤਲਬ ਹੈਂਡ ਔਨ ਪ੍ਰੈਕਟਿਸ ਤੇ ਓਰੀਐਂਟਡ ਹੈ ਤੇ ਦੈਨ ਮਤਲਬ ਆਪਾਂ ਨੂੰ ਇਹ ਕਰਵਾਉਣਾ ਜ਼ਰੂਰੀ ਆ ਕਿ ਬੱਚੇ ਨੂੰ ਪ੍ਰੈਕਟਿਸ ਪਹਿਲਾਂ ਤੋਂ ਆਲਰੇਡੀ ਕਰਨ ਤੇ ਤਾਂ ਹੀ ਉਹ ਮਤਲਬ ਹਸਪੀਟਲ ਦੇ ਵਿੱਚ ਜਾ ਕੇ ਆਪਣੇ ਜੌਬ ਫੀਲਡ ਦੇ ਵਿੱਚ ਜਾ ਕੇ ਪ੍ਰੋਪਰ ਮਤਲਬ ਆਪਣੇ ਆਪ ਨੂੰ ਡੈਮੋਸਟ੍ਰੇਟ ਕਰ ਸਕਦੇ ਆ ਤੇ ਇੱਥੇ ਆਪਾਂ ਮਤਲਬ ਪੇਸ਼ੈਂਟ ਦੇ ਰਿਲੇਟਡ ਅਲੱਗ-ਅਲੱਗ ਜਿਹੜੇ ਪ੍ਰੋਸੀਜਰਸ ਹੈ ਜਿਹੜੇ ਉਹਨਾਂ ਨੂੰ ਪਰਫਾਰਮ ਕਰਵਾਉਣੇ। ਕਹਿਣਾ ਚਾਹੋਗੇ ਯੈਸ ਸਰ। ਇੰਜੋਏ ਕਰ ਰਹੇ ਆ? ਯੈਸ ਸਰ। ਲੱਗ ਰਿਹਾ ਕਿ ਅਸੀਂ ਇਹੀ ਚੀਜ਼ਾਂ ਦੇਖਦੇ ਹਾਂ ਔਰ ਉਹੀ ਚੀਜ਼ਾਂ ਅੱਗੇ ਸਾਨੂੰ ਮਤਲਬ ਜਿਹੜੀ ਹੈਗੀ ਆ ਅੱਗੇ ਜਾ ਕੇ ਅਸੀਂ ਸਾਡੀ ਜ਼ਿੰਦਗੀ 'ਚ ਕੰਮ ਆਉਣਗੀਆਂ। ਯੈਸ ਸਰ। ਆਪਦੀ ਲਾਈਫ ਬਣਾਉਣ ਲਈ ਸਰ ਅਸੀਂ ਇੱਥੋਂ ਹੀ ਸਿੱਖਾਂਗੇ ਤੇ ਅੱਗੇ ਜਾ ਕੇ ਸਾਡੀ ਲਾਈਫ ਇੱਥੋਂ ਹੀ ਬਣੂ। ਬੇਟਾ ਕਿੱਦਾਂ ਮਹਿਸੂਸ ਕਰ ਰਹੇ ਹੋ ਤੁਸੀਂ ਅੱਜ? ਅਸੀਂ ਦੇਖ ਰਹੇ ਹਾਂ ਕਿ ਗਰਭਵਤੀ ਇੱਕ ਲੇਡੀਜ਼ ਹੈਗੀ ਆ, ਉਹਦੇ ਕੋਲ ਤੁਸੀਂ ਖੜੇ ਹੋਏ ਹੋ, ਉਹਦਾ ਇੱਕ ਡੈਮੋ ਤੁਹਾਨੂੰ ਦਿਖਾ ਰਿਹਾ। ਕੀ ਕਹਿਣਾ ਚਾਹੋਗੇ ਕਿ ਇਹਦੇ ਨਾਲ ਸਾਰੇ ਫੰਡੇ ਕਲੀਅਰ ਹੋ ਜਾਂਦੇ? ਇਹਦੇ ਨਾਲ ਸਰ ਟੀਚਰਸ ਜਿਸ ਤਰ੍ਹਾਂ ਦੱਸਦੇ ਆ ਕਿ ਕਿਸ ਤਰ੍ਹਾਂ ਉਹਨਾਂ ਦੀ ਕੇਅਰ ਕਰਨੀ ਹੈ, ਸਾਨੂੰ ਸਿਖਾਉਂਦੇ ਆ। ਇਸ ਤਰ੍ਹਾਂ ਅਸੀਂ ਇੱਥੋਂ ਹੀ ਸਿੱਖਦੇ ਆ ਤੇ ਫਿਰ ਜਾ ਕੇ ਹਸਪੀਟਲ 'ਚ ਕਲੀਅਰ ਹੁੰਦਾ ਹੈ ਕਿ ਕੇਅਰ ਕਰਨੀ ਕਿਸ ਤਰ੍ਹਾਂ। ਬੇਟਾ ਕਿੱਦਾਂ ਮਹਿਸੂਸ ਕਰਦੇ ਇੱਥੇ? ਸਰ ਇੱਥੇ ਇੱਕ ਜਿਵੇਂ ਡੈਮੋਗ੍ਰਾਫੀ ਜਿਹੜਾ ਹੈਗੀ ਲੈਬ ਹੈਗੀ ਹੈ ਨਾ, ਇੱਥੇ ਸਾਨੂੰ ਪ੍ਰੈਕਟੀਕਲੀ ਕਰਵਾਇਆ ਜਾਂਦਾ। ਪ੍ਰੈਕਟੀਕਲੀ ਕਰਵਾਉਣ ਦਾ ਮਤਲਬ ਇਹ ਹੁੰਦਾ ਵੀ ਆਪਾਂ ਜਿਹੜਾ ਦੱਸਿਆ ਜਾਂਦਾ, ਜਿਹੜਾ ਆਪਾਂ ਪੜ੍ਹਦੇ ਹਾਂ ਉਸ ਦੇ ਵਿੱਚ ਆਪਾਂ ਨੂੰ ਕਲੀਅਰ ਨਹੀਂ ਹੁੰਦਾ ਹੈ ਨਾ। ਆਪਾਂ ਜਿਹੜੇ ਡੈਮੋ ਕਰਕੇ ਦੇਖਦੇ ਆਪਣੇ ਟੀਚਰਸ ਦੇਖਦੇ, ਸਾਨੂੰ ਦੱਸਦੇ ਆ, ਅਸੀਂ ਕਰਕੇ ਦੇਖਦੇ ਹਾਂ ਹੈ ਨਾ। ਗਾਂ ਜਿਹੜੇ ਜੂਨੀਅਰ ਹੁੰਦੇ ਅਸੀਂ ਉਹਨਾਂ ਨੂੰ ਦੱਸਦੇ ਹਾਂ, ਟੀਚਰ ਸਾਡੇ ਪ੍ਰੈਕਟੀਕਲ ਕਰਵਾਉਂਦੇ ਆ, ਦੇਖਦੇ ਆ ਵੀ ਹੈ ਨਾ ਵੀ ਸਹੀ ਕਰਦੇ ਕਿ ਨਹੀਂ ਕਰਦੇ। ਉਹਦੇ ਬਾਰੇ ਆਪਾਂ ਨੂੰ ਪੂਰੀ ਨੌਲੇਜ ਦਿੱਤੀ ਜਾਂਦੀ ਹੈ, ਜਿਹੜੇ ਕੀ ਕੰਪਲੀਕੇਸ਼ਨਸ ਹੁੰਦੇ ਆ, ਕਿਵੇਂ ਕੀਤਾ ਜਾਂਦਾ, ਕਿਵੇਂ ਨਹੀਂ ਕੀਤਾ ਜਾਂਦਾ। ਪੜ੍ਹਾਈ ਨਾਲ ਉਹਨਾਂ ਵੀ ਨਹੀਂ ਕਰ ਸਕਦੇ ਜਿੰਨਾ ਕਿ ਆਪਾਂ ਪ੍ਰੈਕਟੀਕਲ ਨਾਲ ਕਰ ਸਕਦੇ ਆ। ਉਹਦੇ ਬਾਅਦ ਇਹਨਾਂ ਆਪਣੇ ਬੱਚੇ ਵਿੱਚ ਨਾ ਕੌਨਫੀਡੈਂਸ ਵੀ ਡਿਵੈਲਪ ਹੁੰਦਾ ਗਾ ਵੀ ਆਪਾਂ ਪੇਸ਼ੈਂਟ ਨਾਲ ਕਿਵੇਂ ਡੀਲ ਕਰਦੇ ਹਾਂ। ਜੀ ਇੱਥੇ ਵਧੀਆ ਵੀ ਅਸੀਂ ਸਿੱਖਦੇ ਹੈਗੇ ਹਾਂ ਤੇ ਫਿਰ ਅਸੀਂ ਅਗਲਿਆਂ ਨੂੰ ਵੀ ਸਿਖਾਉਂਦੇ ਹਾਂ ਤੇ ਮਤਲਬ ਹਸਪੀਟਲ ਵਿੱਚ ਵਧੀਆ ਕੰਮ ਕਰਦੇ ਹਾਂ। ਇੱਥੇ ਪ੍ਰੈਕਟਿਸ ਹੁੰਦੀ ਹੈ ਕਿਉਂਕਿ ਕਿ ਵਾਰਡਨ ਮੈਡਮ ਜਿਹੜੇ ਹੈਗੇ ਆ ਉਹ ਰਾਉਂਡ ਦੀ ਕਲੌਕ ਹੌਸਟਲ 'ਤੇ ਰਹਿੰਦੇ ਨੇ ਔਰ ਹਮੇਸ਼ਾ ਬੱਚਿਆਂ ਦਾ ਮਨੋਬਲ ਵਧਾਈ ਰੱਖਦੇ ਨੇ ਔਰ ਕਿਸੇ ਬੱਚੇ ਨੂੰ, ਜਿਹੜੇ ਬੱਚੇ ਨਵੇਂ ਵੀ ਆਉਂਦੇ, ਜੇ ਉਹਨਾਂ ਨੂੰ ਕੋਈ ਪ੍ਰੋਬਲਮ ਵੀ ਆਉਂਦੀ ਹੈ ਤਾਂ ਉਹ ਆਪ ਆ ਕੇ ਸੋਲਵ ਕਰਦੇ ਆ। ਹਾਂਜੀ, ਵਾਰਡਨ ਮੈਮ ਬਹੁਤ ਅੱਛੇ ਹੈਗੇ ਆ। ਇਹਨਾਂ ਨੂੰ ਬਹੁਤ ਸਾਰੀ ਫੈਸਿਲਿਟੀਜ਼ ਹੌਸਟਲ ਬੱਚਿਆਂ ਨੂੰ ਕੂਲਰ ਪ੍ਰੋਵਾਈਡ ਕੀਤੇ ਹੋਏ, ਠੰਡੇ ਰੂਮ ਪ੍ਰੋਵਾਈਡ ਕੀਤੇ ਹੋਏ ਆ। ਜਿਹੜੇ ਵੀ ਹੌਸਟਲ ਵਿੱਚ ਬੱਚੇ ਰਹਿੰਦੇ ਉਹਨਾਂ ਨੂੰ ਬਹੁਤ ਵਧੀਆ ਖਾਣਾ ਮਿਲਦਾ ਹੈਗਾ। ਉਹੀ ਬਲਵਿੰਦਰ ਸਰ ਖਾਂਦੇ ਤੇ ਟੀਚਰਸ ਨੂੰ ਵੀ ਵਾਲੇ ਕੋਈ ਖਾਂਦੇ ਹੈਗੇ ਆ ਤੇ ਜਿਹੜਾ ਹੌਸਟਲ ਵਿੱਚ ਖਾਣਾ ਬਣਦਾ ਉਹ ਬਿਲਕੁਲ ਮਤਲਬ ਕਿ ਇਨਫੈਕਸ਼ਨ ਤੋਂ ਪ੍ਰੀਵੈਂਟ ਤੇ ਬਿਲਕੁਲ ਵੀ ਗੰਦਾ ਨਹੀਂ ਹੁੰਦਾ, ਸਾਫ਼ ਸੁਥਰਾ ਖਾਣਾ ਹੁੰਦਾ, ਬੱਚੇ ਖਾ ਕੇ ਤੇ ਸਵਸਥ ਹੈ। ਬੇਟਾ ਕਿੱਦਾਂ ਮਹਿਸੂਸ ਕਰਦੇ ਇੱਥੇ? ਸਭ ਵਧੀਆ ਮਹਿਸੂਸ ਕਰਦੇ ਹਾਂ। ਸਾਨੂੰ ਇੱਥੇ ਵਧੀਆ ਨੌਲੇਜ ਦਿੱਤੀ ਜਾਂਦੀ ਹੈ ਹਰ ਇੱਕ ਤਰ੍ਹਾਂ ਦੀ, ਕਿੱਦਾਂ ਪੇਸ਼ੈਂਟ ਨਾਲ ਡੀਲ ਕਰਨੀ ਹੈ, ਕਿੱਦਾਂ ਪੇਸ਼ੈਂਟ ਦੀ ਕੇਅਰ ਕਰਨੀ ਆ, ਉਸ ਨੂੰ ਮਤਲਬ ਹਰ ਇੱਕ ਚੀਜ਼ ਬਾਰੇ ਸਾਨੂੰ ਦੱਸਿਆ ਜਾਂਦਾ ਵਾ। ਅਸੀਂ ਇੱਥੇ ਬਹੁਤ ਵਧੀਆ ਮਹਿਸੂਸ ਕਰਦੇ ਹਾਂ। ਸਾਨੂੰ ਡੇਲੀ ਐਕਟੀਵਿਟੀ ਕਰਨ ਨੂੰ ਮਿਲਦੀ ਹੈਗੀ ਜਿਹੜੀ ਕਿ ਅਸੀਂ ਅੱਗੇ ਜਾ ਕੇ ਪੇਸ਼ੈਂਟ ਦੀ ਵਧੀਆ ਕੇਅਰ ਕਰੀਏ, ਜੋ ਉਹਦੇ ਨਾਲ ਵਧੀਆ ਡੀਲ ਕਰ ਸਕੀਏ। ਇਹ ਤਾਂ ਸਾਨੂੰ ਮਤਲਬ ਸਿਖਾਇਆ ਜਾਂਦਾ ਕਿੱਦਾਂ ਪੇਸ਼ੈਂਟ ਨਾਲ ਡੀਲ ਕਰਨੀ ਹੈਗੀ ਤੇ ਕਿੱਦਾਂ ਉਹਨਾਂ ਡਿਸੀਜ਼ ਤੋਂ ਪ੍ਰੀਵੈਂਟ ਕਰਨਾ। ਹਸਪੀਟਲ ਦੀ ਗੱਲ ਕਰ ਲਈਏ ਤਾਂ ਸਿਵਲ ਹਸਪੀਟਲ ਜਾ ਕੇ ਤੁਹਾਨੂੰ ਟ੍ਰੇਨਿੰਗ ਦਿੰਦੇ ਆ, ਮੈਂਟਲ ਹਸਪੀਟਲ 'ਚ ਵੀ ਤੁਹਾਨੂੰ ਲੈ ਕੇ ਜਾਂਦੇ ਆ ਅੰਮ੍ਰਿਤਸਰ, ਔਰ ਹਮੇਸ਼ਾ ਇਹਨਾਂ ਦਾ ਇਹੀ ਹੁੰਦਾ ਕਿ ਸਾਡੇ ਬੱਚੇ ਪ੍ਰੈਕਟੀਕਲੀ ਬਹੁਤ ਹਾਈ ਰਹਿਣ। ਹਾਂਜੀ, ਅਸੀਂ ਜਾ ਕੇ ਬਹੁਤ ਵਧੀਆ ਕੰਫਰਟੇਬਲ ਫੀਲ ਕਰਦੇ ਹੈਗੇ ਹਾਂ ਕਿਉਂਕਿ ਅਸੀਂ ਸਟਾਫ ਵੀ ਸਾਡੇ ਨਾਲ ਵਧੀਆ ਕੋਆਪਰੇਟ ਕਰਦਾ ਹੈਗਾ। ਅਸੀਂ ਵੀ ਉਹਨਾਂ ਨੂੰ ਕੋਆਪਰੇਟ ਕਰਕੇ ਹੀ ਉਹ ਸਾਨੂੰ ਸਾਰਾ ਸਿਖਾਉਂਦੇ ਹੈਗੇ ਕਿੱਦਾਂ ਪੇਸ਼ੈਂਟ ਨਾਲ ਡੀਲ ਕਰਨਾ ਹੈਗਾ ਗਾ, ਉਹਨਾਂ ਨੂੰ ਕੰਫਰਟੇਬਲ ਤੇ ਸਾਈਕੋਲੋਜੀਕਲ ਸਪੋਰਟ ਪ੍ਰੋਵਾਈਡ ਕਰਨਾ। ਬਹੁਤ ਵਧੀਆ ਮਹਿਸੂਸ ਕਰ ਰਹੇ ਸਰ। ਸਾਨੂੰ ਇੱਥੇ ਪ੍ਰੋਪਰ ਐਜੂਕੇਸ਼ਨ ਨੌਲੇਜ ਪ੍ਰੋਵਾਈਡ ਕੀਤੀ ਜਾਂਦੀ ਹੈ ਕਿ ਕਿੱਦਾਂ ਪੇਸ਼ੈਂਟ ਨੂੰ ਟ੍ਰੀਟ ਕਰਨਾ, ਕਿੱਦਾਂ ਉਹਨਾਂ ਨਾਲ ਡੀਲ ਕਰਨਾ ਤੇ ਕਿੱਦਾਂ ਡਿਸੀਜ਼ ਵਗੈਰਾ ਨੂੰ ਤੁਸੀਂ ਪ੍ਰੀਵੈਂਟ। ਜੀਐਨਐਮ ਕਿਹੜੇ ਸਾਲ ਦੇ ਸਟੂਡੈਂਟ ਹੋ? ਜੀਐਨਐਮ ਥਰਡ ਈਅਰ। ਬੇਟਾ ਕਿੱਦਾਂ ਮਹਿਸੂਸ ਕਰਦੇ ਹੋ? ਸਰ ਬਹੁਤ ਵਧੀਆ ਮਹਿਸੂਸ ਕਰਦੇ ਹਾਂ। ਬਾਕੀ ਜਿਹੜੇ ਟੀਚਰ ਆ ਸਾਰਾ ਟੀਚਰ ਸਾਡੇ ਨਾਲ ਜਿਹੜੇ ਵਧੀਆ ਕੋਆਪਰੇਟ ਕਰਦੇ ਆ, ਸਾਨੂੰ ਸਟੱਡੀ ਲਈ ਅਵੇਅਰ ਕਰਦੇ ਆ ਵੀ ਕਿੱਦਾਂ ਹਸਪੀਟਲ 'ਚ ਜਾਣਾ, ਕਿੱਦਾਂ ਪੇਸ਼ੈਂਟ ਨਾਲ ਡੀਲ ਕਰਨਾ, ਕਿੱਦਾਂ ਉਹਨੂੰ ਡਿਸੀਜ਼ ਤੋਂ ਪ੍ਰੀਵੈਂਟ ਕਰਨਾ। ਬਾਕੀ ਹਰੇਕ ਜਿਹੜੀ ਫੈਸਿਲਿਟੀ ਸਾਨੂੰ ਇੱਥੇ ਦਿੱਤੀ ਜਾਂਦੀ ਹੈ। ਸਰ ਨਰਸਿੰਗ ਦਾ ਅਸੀਂ ਹਰੇਕ ਚੀਜ਼ ਤੋਂ ਪ੍ਰਭਾਵ ਹੋਇਆ ਹੈ ਤੇ ਸਾਨੂੰ ਵੈਸੇ ਸਪਾਈਨ ਪੋਜੀਸ਼ਨ ਮਤਲਬ ਸਿੱਧੇ ਹੋ ਕੇ ਸੌਣਾ ਚਾਹੀਦਾ, ਮਤਲਬ ਕਿ ਵੀ ਆਪਾਂ ਨੂੰ ਟੇਢਾ ਨੀਂਦਾ ਨਹੀਂ ਸੌਣਾ ਚਾਹੀਦਾ ਤਾਂ ਜੋ ਆਪਣੇ ਜੋ ਨਸ ਵਗੈਰਾ ਹੁੰਦੀ ਹੈ ਗਲੇ ਦੀ ਜਾਂ ਲੱਤ ਦੀ ਉਹ ਚੜ੍ਹ ਜਾਂਦੀ ਹੈ ਤੇ ਫਿਰ ਉਸ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਡਿਸਕੰਫਰਟ ਫੀਲ ਹੁੰਦਾ, ਪੇਨ ਹੁੰਦਾ, ਤਾਂ ਕਰਕੇ ਆਪਾਂ ਸਪਾਈਨ ਪੋਜੀਸ਼ਨ ਵਿੱਚ ਸੌਣਾ। ਇਹ ਹੈ ਜੀ ਸਾਡਾ ਬੱਚਿਆਂ ਦਾ ਹੋਸਟਲ, ਜਿੱਥੇ ਬੱਚੇ ਕੀ ਆ ਜਦੋਂ ਕਾਲਜ ਤੋਂ ਬਾਅਦ ਆਫ ਹੁੰਦਾ ਤਾਂ ਇੱਥੇ ਜਿਹੜੇ ਦੂਰ ਵਾਲੇ ਬੱਚੇ ਹੈਗੇ ਉਹ ਇੱਥੇ ਸਟੇ ਕਰਦੇ ਆ। ਸੋ ਆਓ ਤੁਹਾਨੂੰ ਆਪਾਂ ਇੰਟਰੋਡਿਊਸ ਕਰਦੇ ਆ ਅੰਦਰੋਂ। ਬੱਚਿਆਂ ਦਾ ਵੇਟਿੰਗ ਰੂਮ, ਜਿੱਥੇ ਪੇਰੈਂਟਸ ਬੱਚੇ ਨੂੰ ਲੈਣ ਵੀ ਆਏ ਤਾਂ ਇੱਥੇ ਵੇਟ ਕਰਦੇ ਆ। ਤਾਂ ਬੱਚੇ ਫਿਰ ਉੱਧਰੋਂ ਪਹਿਲਾਂ ਮੈਮ ਦੇ ਸਾਈਨ ਹੁੰਦੇ ਆ, ਇੱਥੋਂ ਵਾਰਡਨ ਇਹ ਨੇ ਸਾਡੇ ਵਾਰਡਨ ਮੈਮ ਜਿਹੜੇ ਕੀ ਆ ਇਸ ਹੋਸਟਲ ਦਾ ਸਭ ਕੁਝ ਸੰਭਾਲਦੇ ਆ, ਇਹ ਬੱਚਿਆਂ ਨੂੰ ਮੈਨੇਜ ਕਰਦੇ ਨੇ। ਸੋ ਬੱਚਿਆਂ ਦੀ ਰਿਸਪੌਂਸਿਬਿਲਟੀ ਸਕੂਲ ਤੋਂ ਬਾਅਦ ਕਾਲਜ ਤੋਂ ਬਾਅਦ ਇਹਨਾਂ ਦੀ ਹੁੰਦੀ ਆ ਸਾਰੀ। ਮੇਰਾ ਨਾਮ ਜਸਸਾਲ ਕੌਰ ਹੈ, ਮੈਂ ਹੋਸਟਲ ਇੰਚਾਰਜ ਹਾਂ ਅਤੇ ਕੋਈ ਵੀ ਬੱਚੇ ਨੂੰ ਪ੍ਰੋਬਲਮ ਹੁੰਦੀ ਹੈ ਅਤੇ ਮੇਰੇ ਕੋਲ ਆਉਂਦੇ ਹੈ ਅਤੇ ਮੈਂ ਸੋਲਵ ਕਰਦੀ ਹਾਂ।
ਰੋਟੀ ਪਾਣੀ ਆਪ ਹੀ ਬਣਾ ਲੈ ਮੁੰਡਾ ਮਾਸਟਰ ਸ਼ੈਫ ਚਾਹੀਦਾ ਰੋਟੀ ਪਾਣੀ ਆਪ ਹੀ ਬਣਾ ਲੈ ਮੁੰਡਾ ਮਾਸਟਰ ਸ਼ੈਫ ਚਾਹੀਦਾ ਜਮਾ ਪਿਆ ਲਾਣੇ ਵਾਲੇ ਦੇਖੇ ਜੋ ਵਾਲੇ ਬੜੀ ਦਾ ਸਾਰੇ ਨਜ਼ਰ ਕਰਨਾ ਬਹੁਤ ਦਿਲਾਂ ਨੇ ਦੂਰ ਖੜੀਆਂ ਮੇਰੇ ਬੱਚੇ ਤੋਂ ਪਹਿਲਾਂ ਨਾ ਕਿਤੇ ਰੱਖਦੀ ਇਹ ਜ਼ਿੰਮੇਵਾਰੀਆਂ ਨੇ ਬੜੀਆਂ ਮੇਰੇ ਬੱਚੇ ਤੋਂ ਪਹਿਲਾਂ ਨਾ ਕਿਤੇ ਰੱਖਦੀ ਇਹ ਜ਼ਿੰਮੇਵਾਰੀਆਂ ਨੇ ਬੜੀਆਂ ਰਹੀ ਵਾਸਤੇ ਕਦ ਸਮੇਂ ਨੇ ਇੱਕ ਨਾ ਮੰਨੀ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ ਕਿਵੇਂ ਨਾ ਰੱਖ ਸਕੀ ਰੋਕ ਅਟਕ ਜੋ ਪਾਈ ਪੰਨੀ ਤਰੀਕੇ ਆਪਣੇ ਵੇਗ ਗਿਆ ਟੱਪ ਬੰਨੀ ਉਹ ਅਜੇ ਸੰਭਾਲ ਇਸ ਸਮੇਂ ਨੂੰ ਕਦ ਸਫਲ ਉਡੰਦਾ ਜਾਵੰਦਾ ਇਹ ਠਹਿਰਨ ਜਾਂਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਵੰਦਾ ਲੰਘ ਗਿਆ ਨਾ ਮੁੜ ਕੇ ਆਵੰਦਾ ਆਈਆਂ ਵੱਡੇ ਕਰਾਂਗੇ ਹਾਂਜੀ ਇਹ ਸਾਡੇ ਦੋਨੇ ਸਿਕਿਉਰਿਟੀ ਗਾਰਡ ਹੈ ਜੀ ਇਹ ਸਾਡੇ ਸਰਜੀਤ ਸਿੰਘ ਜੀ ਡਰਾਈਵਰ ਹੈ ਅਤੇ ਸਿਕਿਉਰਿਟੀ ਗਾਰਡ ਸਾਡਾ ਨਾਈਟ ਸਾਡੇ ਇੰਸਟੀਚਿਊਟ ਦੇ ਜਿਹੜੇ ਚੇਅਰਪਰਸਨ ਆ ਬੀਬੀ ਗੁਰਦਿਆਲ ਕੌਰ ਜੀ ਮੱਲਣ ਦਾ ਨੈਸ਼ਨਲ ਅਵਾਰਡ ਹੈ ਜੀ ਤੇ ਉਹਨਾਂ ਦੀ ਰਹਿਨੁਮਾਈ ਨਾਲ ਹੀ ਸਾਰਾ ਇੰਸਟੀਚਿਊਟ ਚੱਲਦਾ ਹੈ ਐਜ਼ ਏ ਡਾਕਟਰ ਸਾਡੇ ਡਾਕਟਰ ਬਲਤੇਜ ਸਿੰਘ ਜੀ ਉਹ ਜਨਰਲ ਸੈਕਟਰੀ ਹੈ ਸਾਡੇ ਡਾਕਟਰ GS ਬਾਵਾ ਉਹ ਸਾਡੇ ਵਾਈਸ ਪ੍ਰੈਜ਼ੀਡੈਂਟ ਹੈ ਤੇ ਉਹਨਾਂ ਨੇ ਜਿਸ ਤਰ੍ਹਾਂ ਜੋ ਵੀ ਸਾਨੂੰ ਲੋੜ ਹੈ ਫੈਸਿਲਿਟੀ ਦੀ ਉਹ ਸਾਨੂੰ ਇਸ ਤਰ੍ਹਾਂ ਫੈਸਿਲਿਟੀਆਂ ਦਿੰਦੇ ਰਹਿੰਦੇ